हेलो गाइस। सब कैसे हो? अच्छे हो? नेक्स्ट अब हम आगे बढ़ते हैं जेनेटिक्स के बारे में। सो फ्रॉम द ऑब्जर्वेशन दैट द रिसेसिव पेरेंट ट्रेट इज एक्सप्रेस विदाउट एनी ब्लेंडिंग इन F2 जनरेशन। ये मतलब ये इसमें क्या बता रहे हैं भी जो रिसेसिव पेरेंट है उसमें जो एक्सप्रेशन हो रहा है उसमें कोई ब्लेंडिंग नहीं हो रही। ब्लेंडिंग क्या होता है? दो पेरेंट्स का जैसे मिक्सचर होना। भी जो F2 में जो जनरेशन एक्सप्रेस कर रही है रिसेसिव पेरेंट की उसमें कोई ब्लेंडिंग नहीं हो रही। ठीक है, मिक्सचर नहीं बन रहा, विदाउट ब्लेंडिंग है। मतलब आप कह सकते हैं भी पेरेंटल ਜਿਹੜੇ फीचर्स ने वो मिक्स नहीं हो रही। ब्लेंडिंग मतलब मिक्सचर बनना वो नहीं हो रही किस जनरेशन ਦੇ ਵਿੱਚ? F2 जनरेशन ਦੇ ਵਿੱਚ। ओके, we can infer that when the tall and dwarf plant produce gamete। ओके, जब जब दो प्लांट्स को ब्रीड करवाया जाता है, राइट, तो क्या होता है? सबसे पहले गमीट बनेंगे। गमीट्स हैं जिनका फ्यूज़न होगा। फॉर एग्ज़ाम्पल जे कोई प्लांट है, ये टाल है, ठीक है, ਹੁਣ ਇਹ कोई ਡਵਾਰਫ ਹੈ, ਇਹ ਡਵਾਰਫ ਹੈ, ਠੀਕ ਹੈ। ਹੁਣ ਇਹ ਜਦ ਇਹਨਾਂ ਨੇ ਬਰੀਡ ਕਰਨਾ ਹੈ, ਫਿਊਜ਼ ਕਰਨਾ ਹੈ, ਤਾਂ ਇਹਨਾਂ ਦੇ ਗਮੀਟਸ ਬਣਨਗੇ। ਜਿਵੇਂ ਟਾਲ ਦਾ ਗਮੀਟ ਹੈਗਾ ਇਸ ਤਰ੍ਹਾਂ, ਇਹ ਗਮੀਟ ਹੈ। ਗਮੀਟ ਕਿਵੇਂ ਡਿਫਰੈਂਟ ਹੁੰਦਾ ਹੈ ਦੂਜੇ ਸੈਲਸ ਤੋਂ, ਨੋਰਮਲ ਸੈਲ ਤੋਂ, ਸਮੈਟਿਕ ਸੈਲ ਤੋਂ। ਦੋ ਤਰ੍ਹਾਂ ਦੇ ਸੈੱਲ ਹੁੰਦੇ ਆ। ਦੇਖੋ, ਸਮੈਟਿਕ ਸੈੱਲ ਜਿਹੜੇ ਆਪਣੇ ਨੋਰਮਲ ਬੋਡੀ ਸੈੱਲ ਹੁੰਦੇ ਆ, ਇਹ ਇਹਨਾਂ ਦੀ ਪਲਾਈਡੀ ਹੁੰਦੀ ਹੈ 2n, ਮਤਲਬ ਡਿਪਲੋਇਡ ਸੈੱਲ ਹੁੰਦੇ ਆ, ਇਹਨਾਂ ਵਿੱਚ ਕ੍ਰੋਮੋਸੋਮ ਡਬਲ ਹੁੰਦੇ ਆ। ਲੇਕਿਨ ਜਿਹੜੇ ਸੈੱਲ ਫਿਊਜ਼ਨ ਵਾਸਤੇ ਹੁੰਦੇ ਆ, ਰਿਪਰੋਡਕਸ਼ਨ ਵਾਸਤੇ ਹੁੰਦੇ ਆ, ਉਹਨਾਂ ਨੂੰ ਕਹਿੰਦੇ ਆ ਜਰਮ ਸੈੱਲ। ਠੀਕ ਹੈ, ਜਰਮ ਸੈੱਲਸ। ਅਤੇ ਇਹਨਾਂ ਤੋਂ ਹੀ ਗਮੀਟਸ ਬਣਦੇ ਆ। ਠੀਕ ਹੈ, ਗਮੀਟਸ ਕੀ ਹੁੰਦੇ ਆ? ਇਹ ਬੇਸਿਕਲੀ ਫਿਊਜ਼ਨ ਵਾਲੇ ਸੈੱਲਸ ਹੁੰਦੇ ਨੇ। ਠੀਕ ਹੈ, ਗਮੀਟਸ। ਇਹ ਕੀ ਹੁੰਦਾ? ਇਹ ਕਿਵੇਂ ਡਿਫਰੈਂਟ ਹੈ? ਇਹਨਾਂ ਦੀ ਜਿਹੜੀ ਪਲਾਈਡੀ ਹੈ ਨਾ n ਹੁੰਦੀ ਹੈ, ਮੀਨਸ ਹੈਪਲੋਇਡ ਹੁੰਦੇ ਆ ਇਹ। ਠੀਕ ਹੈ, ਇਹ ਕੀ ਹੁੰਦੇ ਨੇ? ਹੈਪਲੋਇਡ ਹੁੰਦੇ ਆ। ਤਾਂ ਇਹ ਆਪਾਂ ਕੀ ਪੜ੍ਹ ਰਹੇ ਹਾਂ? ਵੀ ਕੈਨ ਇਨਫਰ ਦੈਟ ਵੈਨ ਦ ਟੋਲ ਐਂਡ ਡਵਾਰਫ ਪਲਾਂਟ ਪ੍ਰੋਡਿਊਸ ਗਮੀਟਸ। ਹੁਣ ਜਿਹੜਾ ਆਪਾਂ ਕੀ ਕਰ ਰਹੇ ਹਾਂ? ਆਪਾਂ ਕੀ ਹੈ? ਬਰੀਡਿੰਗ ਕਰਵਾ ਰਹੇ ਹਾਂ। ਇੱਕ ਟਾਲ ਪਲਾਂਟ ਹੈ, ਇੱਕ ਟਾਲ ਪਲਾਂਟ ਲੈ ਰਹੇ ਹਾਂ, ਇੱਕ ਡਵਾਰਫ ਪਲਾਂਟ ਲੈ ਰਹੇ ਹਾਂ। ਹੁਣ ਇਹਨਾਂ ਦੇ ਵਿੱਚ ਜਦੋਂ ਆਪਾਂ ਬਰੀਡਿੰਗ ਕਰ ਰਹੇ ਹਾਂ ਤਾਂ ਉਹ ਗਮੀਟਸ ਬਣਾ ਰਹੀ ਹੈ। ਠੀਕ ਹੈ, ਗਮੀਟਸ ਬਣਨੇ ਕਿਉਂ ਜ਼ਰੂਰੀ ਹੈ? ਗਮੀਟਸ ਆਏ ਆ, ਫਾਰ ਐਗਜ਼ਾਮਪਲ ਕੋਈ ਪਲਾਂਟ ਹੈ, ਪਲਾਂਟ ਦੀ ਪਲਾਈਡੀ ਤਾਂ 2n ਹੀ ਰਹੂਗੀ ਕਿਉਂਕਿ ਉਹ 'ਚ ਨੋਰਮਲ ਸੈੱਲ ਕੀ ਹੈ? 2n ਹੈ। ਤਾਂ ਪਲਾਂਟ ਜਿਵੇਂ ਆਹ ਸਪੋਜ਼ ਟਾਲ ਪਲਾਂਟ ਹੈ, ਉਹਦੀ ਪਲਾਈਡੀ 2n ਹੈ। ਕੋਈ ਡਵਾਰਫ ਹੈ, ਉਹਦੀ ਪਲਾਈਡੀ 2n ਹੈ। ਲੇਕਿਨ ਜਦ ਇਹ ਫਿਊਜ਼ ਕਰਨਗੇ, ਜੇ ਇਹਨਾਂ ਨੇ ਗਮੀਟ ਸੈੱਲ ਨਾ ਬਣਾਏ ਤਾਂ ਕੀ ਬਣ ਜੂਗਾ? 2n + 2n 4n ਬਣ ਜੂਗਾ, ਜਿਹੜਾ ਕਿ ਪੋਸੀਬਲ ਹੀ ਨਹੀਂ। ਆਪਾਂ ਨੇ ਤਾਂ ਪਲਾਈਡੀ ਸੇਮ ਰਹਿਣੀ ਚਾਹੀਦੀ ਹੈ। ਪੇਰੈਂਟ ਅਤੇ ਔਫਸਪਰਿੰਗ ਸੈੱਲ ਦੀ ਜਿਹੜੀ ਪਲਾਈਡੀ ਹੈ ਉਹ ਸੇਮ ਰਹਿਣੀ ਚਾਹੀਦੀ ਹੈ। ਠੀਕ ਹੈ, ਹੁਣ ਇਹ ਪਲਾਈਡੀ ਸੇਮ ਕਦ ਰਹੂਗੀ? ਜਦ ਇਹ ਗਮੀਟਸ ਕੀ ਕਰਨਗੇ, ਜਦ ਇਹ ਟਾਲ ਪਲਾਂਟਸ ਕੀ ਬਣਾਉਣਗੇ? ਗਮੀਟਸ ਬਣਾਉਣਗੇ। ਹੁਣ ਜਿਵੇਂ ਆਹ ਟਾਲ ਪਲਾਂਟ ਹੈ, ਟਾਲ ਪਲਾਂਟ ਪਲਾਈਡੀ 2n, ਰਾਈਟ। ਡਵਾਰਫ ਇਹਦੀ ਪਲਾਈਡੀ 2n। ਠੀਕ ਹੈ, ਹੁਣ ਇਹ ਕੀ ਬਣਾਉਣਗੇ? ਗਮੀਟਸ। ਆਹ ਕੀ ਹੈ? ਗਮੀਟ ਹੈ, ਮਤਲਬ ਇਹ ਇਹਨਾਂ ਦੀ ਪਲਾਈਡੀ ਹਾਫ ਹੋ ਜਾਊ। ਹੁਣ ਜਦ ਇਹ ਗਮੀਟਸ, ਇਹ ਕੀ ਹੈ? ਗਮੀਟਸ। ਇਹ ਪਲਾਂਟ ਨੇ, ਪਲਾਂਟ ਤੋਂ ਕੀ ਬਣੇ? ਗਮੀਟਸ ਬਣੇ। ਗਮੀਟਸ ਪਤਾ ਲੱਗਾ ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਹੈਪਲੋਇਡ ਹੁੰਦੇ ਆ। ਹੁਣ ਜਦੋਂ ਇਹ ਦੋ ਗਮੀਟ, ਇੱਕ ਟਾਲ ਪਲਾਂਟ ਦਾ ਗਮੀਟ, ਇੱਕ ਸਮੋਲ ਪਲਾਂਟ ਮਤਲਬ ਡਵਾਰਫ ਪਲਾਂਟ ਦਾ ਗਮੀਟ ਜਦੋਂ ਫਿਊਜ਼ ਕਰਨਗੇ ਤਾਂ ਇਹਨਾਂ ਦੀ ਪਲਾਈਡੀ n + n ਕੀ ਬਣ ਜੂ? 2n, ਰਾਈਟ। ਅਤੇ ਇਹਦੀ ਵੀ 2n ਹੈ, ਇਹਦੀ ਵੀ 2n ਪਲਾਂਟ ਹੈ। ਮਤਲਬ ਪਲਾਂਟਸ ਅਤੇ ਇਹਨਾਂ ਦੀ ਔਫਸਪਰਿੰਗ ਸੈੱਲਸ ਦੀ ਪਲਾਈਡੀ ਸੇਮ ਰਹਿਣੀ ਚਾਹੀਦੀ ਹੈ। ਇਸ ਕਰਕੇ ਕਿ ਇਹ ਗਮੀਟਸ ਬਣਾਏ ਜਾਂਦੇ ਕਿਉਂਕਿ ਇਹਨਾਂ ਦਾ ਫਿਊਜ਼ਨ ਨਾਲ ਸੇਮ ਹੀ ਪਲਾਈਡੀ ਆਊਗੀ। ਗੱਲ ਸਮਝ ਗਏ ਨਾ? ਤਾਂ ਇਸ ਕਰਕੇ ਇਹ ਕੀ ਗਮੀਟਸ ਬਣਾਉਂਦੇ ਆ। ਗਮੀਟਸ ਕਿਸ ਪ੍ਰੋਸੈਸ ਨਾਲ ਬਣਦੇ ਆ? ਬਾਏ ਦੀ ਪ੍ਰੋਸੈਸ ਆਫ ਮਿਓਸਿਸ। ਵਾਈ?
क्यों ਮਿਊਸਿਸ ਕਿਉਂ ਹੋ ਰਹੀ ਹੈ? ਕਿਉਂਕਿ ਮਿਊਸਿਸ ਆਪਾਂ ਨੇ ਪੜ੍ਹਿਆ ਸੀਗਾ ਵੀ ਇਹ ਜਿਹੜੀ ਮਿਊਸਿਸ ਉਹ ਡਿਵੀਜ਼ਨ ਹੈ ਜਿਹਨੂੰ ਰਿਡਕਸ਼ਨਲ ਡਿਵੀਜ਼ਨ ਕਹਿੰਦੇ ਆ, ਰਾਈਟ। ਆਪਾਂ ਨੇ ਸੈਲਸ ਉਹ 'ਚ ਪੜ੍ਹਿਆ ਹੈਗਾ, ਸੈਲ ਸਾਈਕਲ ਐਂਡ ਡਿਵੀਜ਼ਨ 'ਚ ਮਿਊਸਿਸ ਪੜ੍ਹੀ ਹੈ ਵੀ ਇਹ 'ਚ ਕੀ ਹੈ, ਰਿਡਕਸ਼ਨ ਹੁੰਦਾ, ਕ੍ਰੋਮੋਸੋਮ ਨੰਬਰ ਹਾਫ ਹੋ ਜਾਂਦਾ, ਹਾਫ ਰਿਡਿਊਸ ਹੁੰਦਾ ਇਹਦੇ ਵਿੱਚ ਕ੍ਰੋਮੋਸੋਮ ਨੰਬਰ, ਠੀਕ ਹੈ। ਅਤੇ ਇਹ ਕੀ ਹੈ, ਇੱਥੇ ਕਿਹੜੀ ਡਿਵੀਜ਼ਨ ਹੁੰਦੀ ਜਿਸ ਨਾਲ ਇਹ ਗਮੀਟਸ ਬਣਦੇ ਆ? ਇਹ ਵੀ ਗੁੱਡ ਕੁਐਸਚਨ ਹੈ ਵੀ ਬਾਏ ਵਿਚ ਪ੍ਰੋਸੈਸ ਗਮੀਟਸ ਆਰ ਫੋਰਮਡ, ਤਾਂ ਉਹ ਕਿਹੜਾ ਪ੍ਰੋਸੈਸ ਹੈ? ਮਿਊਸਿਸ ਕੀ ਹੈ? ਰਿਡਕਸ਼ਨਲ ਡਿਵੀਜ਼ਨ, ਕ੍ਰੋਮੋਸੋਮ ਨੰਬਰ ਨੂੰ ਹਾਫ ਕਰਦਾ ਵੀ ਜੇ ਇੱਥੇ 2n ਮਤਲਬ ਡਬਲ ਕ੍ਰੋਮੋਸੋਮ ਸੀਗੇ ਤਾਂ ਉਹ ਤੋਂ ਹਾਫ ਕ੍ਰੋਮੋਸੋਮ ਰਹਿ ਗਏ, n ਕ੍ਰੋਮੋਸੋਮ ਰਹਿ ਗਏ, 2n ਦਾ ਹਾਫ ਕਿੰਨਾ ਹੋਇਆ n, ਤਾਂ ਕਿਹੜੀ ਹੁੰਦੀ ਹੈ? ਮਿਊਸਿਸ ਹੁੰਦੀ ਹੈ। ਓਕੇ, the allele of the parental pair separate or segregate from each other। ਇਹ ਕਹਿੰਦੇ ਵੀ ਜਿਹੜੇ ਪੇਅਰ ਨੇ ਉਹ ਕੀ ਸੈਗਰੀਗੇਟ ਹੁੰਦੇ ਆ। ਇਹ ਕਿਉਂ ਕਹਿ ਰਹੇ ਸੈਗਰੀਗੇਸ਼ਨ ਦੀ ਗੱਲ ਕਿਉਂ ਹੋ ਰਹੀ ਹੈ? ਕਿਉਂਕਿ ਇਹ ਨਾ ਕਦੇ ਵੀ ਇਕੱਲੇ ਨਹੀਂ ਹੁੰਦੇ, ਠੀਕ ਹੈ। ਜਦ ਅਲੀਲ ਬਣਦੇ ਆ ਤਾਂ ਇਸ ਤਰ੍ਹਾਂ ਬਣਦੇ ਆ, ਜਿਵੇਂ ਟੀ ਸਮੋਲ ਟੀ। ਹੁਣ ਜਦ ਇਹਨਾਂ ਨੇ ਗਮੀਟਸ ਬਣਨੇ ਆ ਤਾਂ ਕੀ ਬਣੂਗਾ? ਇੱਥੇ ਡਬਲ 2n ਹੈ ਨਾ, ਡਬਲ ਹੈ, ਤਾਂ ਇਹਦਾ ਕੀ ਰਹਿ ਜਾਊਗਾ? ਹਾਫ ਸਮੋਲ ਟੀ। ਅਤੇ ਸੈਗਰੀਗੇਟ ਹੋ ਗਏ ਨਾ, ਇਸ ਕਰਕੇ ਇਹ ਕਹਿ ਰਹੀ ਹੈ, ਠੀਕ ਹੈ। ਸੈਗਰੀਗੇਸ਼ਨ ਆਫ ਗਮੀਟਸ ਵੀ ਇਸ ਤਰ੍ਹਾਂ ਇਹ ਸੈਗਰੀਗੇਟ ਹੋ ਗਏ, ਆ ਸੈਪਰੇਟ ਹੋ ਗਏ, ਸੈਗਰੀਗੇਸ਼ਨ ਹੋਣਾ, ਠੀਕ ਹੈ। ਅਲੀਲਸ ਆਫ ਦਾ ਪੇਰੈਂਟਲ ਪੇਅਰ, ਜਿਹੜੇ ਆਹ ਅਲੀਲਸ ਨੇ ਪੇਰੈਂਟਲ ਪੇਅਰ ਦੇ, ਇਹ ਸੈਪਰੇਟ ਹੋ ਜਾਂਦੇ ਆ ਫਾਰ ਸੈਗਰੀਗੇਟ ਔਰ ਸੈਗਰੀਗੇਟ ਫਰੋਮ ਈਚ ਅਦਰ, ਓਨਲੀ ਵਨ ਅਲੀਲ ਇਜ਼ ਟਰਾਂਸਮਿਟਡ ਟੂ ਅ ਗਮੀਟ। ਵੀ ਜਿਵੇਂ ਇਹ ਕੀ ਹੈ, ਇੱਕ ਦੂਜੇ ਤੋਂ ਸੈਪਰੇਟ ਹੋ ਜਾਂਦੇ ਆ, ਸੈਗਰੀਗੇਟ ਹੋ ਜਾਂਦੇ ਆ, ਓਨਲੀ ਵਨ ਅਲੀਲ, ਦੋਨਾਂ ਵਿੱਚੋਂ ਕੋਈ ਇੱਕ ਅਲੀਲ ਹੀ ਅੱਗੇ ਫਰਦਰ ਜਾਊਗਾ। ਵੀ 2 ਅਲੀਲਸ ਹੁੰਦੇ, ਇੱਕ ਪਲਾਂਟ ਦੇ ਵਿੱਚ ਡਬਲ ਹੁੰਦੇ ਆ ਨਾ, ਕਿਉਂਕਿ ਪੋਲਾਰਿਟੀ ਕੀ ਹੈ? ਡਬਲ ਹੈ, ਰਾਈਟ। ਆਹ ਅਲੀਲਸ ਨੇ, ਠੀਕ ਹੈ, ਸੇਮ ਟਾਈਪ ਆਫ ਅਲੀਲਸ ਨੇ। ਜਦ ਇਹ ਗਮੀਟਸ ਬਣਨੇ ਆ ਤਾਂ ਇਹ ਜਿਹੜੇ ਅਲੀਲਸ ਆ ਸੈਗਰੀਗੇਟ ਹੋ ਜਾਂਦੇ ਆ। ਇਹ ਸੈਗਰੀਗੇਟ ਹੋ ਕੇ ਕੀ ਬਣਾਉਂਦੇ ਆ? ਸਿੰਗਲ ਬਣਦੇ ਆ, ਠੀਕ ਹੈ। ਓਕੇ, ਇਹ ਹੋ ਗਿਆ। ਓਕੇ ਦਿਸ ਸੈਗਰੀਗੇਸ਼ਨ ਆਫ ਅਲੀਲ ਇਜ਼ ਅ ਰੈਂਡਮ ਪ੍ਰੋਸੈਸ। ਕੀ ਕਹਿਣਾ ਚਾਹੁੰਦੇ ਆ ਵੀ ਹੁਣ ਇਹ ਕੀ ਰੈਂਡਮ ਪ੍ਰੋਸੈਸ ਆ, ਆਪਾਂ ਕਹਿ ਨਹੀਂ ਸਕਦੇ ਵੀ ਇਹ ਵਾਲਾ ਟੀ ਸੈਗਰੀਗੇਟ ਹੋਊਗਾ ਕਿ ਇਹ ਵਾਲਾ ਟੀ ਸੈਗਰੀਗੇਟ ਹੋਊਗਾ। ਇਹ ਰੈਂਡਮ ਪ੍ਰੋਸੈਸ ਹੈ, ਦੋਨਾਂ ਵਿੱਚੋਂ ਕੋਈ ਵੀ ਅਲੀਲ ਸੈਗਰੀਗੇਟ ਹੋ ਸਕਦਾ ਹੈ, ਠੀਕ ਹੈ। ਇਹ ਵੀ ਕੋਈ ਵੀ ਅਲੀਲ ਸੈਗਰੀਗੇਟ ਹੋ ਸਕਦੀ ਹੈ। देर इज़ अ 50% ਚਾਂਸ ਆਫ ਗਮੀਟ ਕੰਟੇਨਿੰਗ ਆਈਦਰ ਅਲੀਲ, ਵੀ 50% ਚਾਂਸ ਹੁੰਦਾ ਵੀ ਇਹਨਾਂ 'ਚੋਂ ਕੋਈ ਅਲੀਲ ਆ ਜਾਊਗਾ, ਐਜ਼ ਹੈਜ਼ ਦੈਟ ਹੈਜ਼ ਬੀਨ ਵੈਰੀਫਾਈਡ ਬਾਈ ਦ ਰਿਜ਼ਲਟ ਆਫ ਕ੍ਰੋਸਿੰਗ। ਅਤੇ ਇਹ ਜਿਹੜਾ ਵੀ 50% ਚਾਂਸ ਦਾ ਗਮੀਟ ਫੋਰਮੇਸ਼ਨ ਦਾ, ਵੀ ਦੋਨਾਂ ਦੀ 50-50 ਹੁੰਦੀ ਹੈ। ਜਿਵੇਂ ਕੁਆਇਨ ਹੁੰਦਾ ਨਾ, ਹੈਡ ਐਂਡ ਟੇਲ ਆਪਾਂ ਕਰਦੇ ਹਾਂ ਤਾਂ ਉਹਨਾਂ ਦਾ 50-50 ਚਾਂਸ ਹੁੰਦਾ ਵੀ ਹੈਡ ਆਉਣ ਦੇ 50 ਚਾਂਸ ਹੁੰਦੇ ਆ ਅਤੇ ਟੇਲ ਆਉਣ ਦੇ ਵਿੱਚ ਮਤਲਬ ਵੀ 50 ਚਾਂਸ ਹੁੰਦਾ। ਸਿਮਿਲਰਲੀ ਹੁਣ ਇਹ ਵੀ 2 ਨੇ, ਹੁਣ ਇਹਨਾਂ ਦੇ ਕੀ 50-50 ਚਾਂਸ ਹੈ, ਮਤਲਬ ਦੋਨਾਂ ਦੇ ਵਿੱਚ ਕੋਈ ਵੀ ਆ ਸਕਦਾ, ਠੀਕ ਹੈ। ਅਤੇ ਵੈਰੀਫਾਈਡ ਕੀਤਾ ਗਿਆ ਬਾਏ ਦੀ ਕ੍ਰੋਸਿੰਗ, ਠੀਕ ਹੈ। ਇਨ ਦਿਸ ਵੇ ਦ ਗਮੀਟ ਆਫ ਟਾਲ ਟੀ ਪਲਾਂਟ, ਮਤਲਬ ਡਬਲ ਟੀ ਪਲਾਂਟਸ ਹੈਵ ਦ ਅਲੀਲ ਟੀ। ਮਤਲਬ ਇਹ ਕਹਿ ਰਹੇ ਆ ਜਦੋਂ ਇਹ ਟੀ ਪਲਾਂਟਸ ਹੈ ਇਹਨਾਂ ਨੇ ਗਮੀਟਸ ਬਣਾਉਣੇ ਆ ਤਾਂ ਉਹ ਕੀ ਹੈ, ਦੋ ਅਲੀਲ ਹੁੰਦੇ ਆ ਨਾ, ਪਲਾਂਟਸ ਦੇ ਵਿੱਚ 2 ਅਲੀਲ ਹੁੰਦੇ ਆ। ਜਦ ਗਮੀਟ ਬਣਦੇ ਆ ਤਾਂ ਇੱਕ ਅਲੀਲ ਰਹਿ ਜਾਂਦਾ, ਇਹ ਗਮੀਟ ਹੈ, ਠੀਕ ਹੈ। ਐਂਡ ਦ ਗਮੀਟਸ ਆਫ ਡਵਾਰਫ ਟੀ ਪਲਾਂਟ ਹੈਵ ਦੀ ਅਲੀਲ ਟੀ, ਕਿਉਂਕਿ ਇਹ ਸੈਗਰੀਗੇਟ ਹੋ ਰਿਹਾ। ਇਹ ਪਹਿਲਾਂ 2 ਸੀਗੇ, ਠੀਕ ਹੈ। ਇੰਨਾ ਇਹ ਸੈਗਰੀਗੇਟ ਹੋ ਕੇ ਦੋਨਾਂ 'ਚੋਂ 50-50 ਚਾਂਸ ਹੈ, ਕੋਈ ਵੀ ਆ ਸਕਦਾ। ਸੈਗਰੀਗੇਟ ਹੋ ਕੇ ਇੱਕ ਰਹਿ ਜਾਂਦਾ, ਇੱਕ ਹੀ ਰਹੂਗਾ, ਦੂਜਾ ਤੁਸੀਂ ਐਂ ਸਮਝ ਲਓ ਡਿਸਇੰਟੀਗ੍ਰੇਟ ਹੋ ਗਿਆ, ਠੀਕ ਹੈ। ਹੁਣ ਇੱਥੇ ਡਵਾਰਫ ਦੇ ਵੀ ਸਮੋਲ ਟੀ ਹੈ, ਠੀਕ ਹੈ, ਅਤੇ ਇਹਦੇ ਵਿੱਚੋਂ ਵੀ ਇੱਕ ਅਲੀਲ ਟੀ ਰਹਿ ਜਾਂਦਾ, ਸਮੋਲ ਟੀ। ਡਿਊਰਿੰਗ ਦੀ ਫਰਟੀਲਾਈਜੇਸ਼ਨ ਦਾ 2 ਅਲੀਲਸ ਟੀ ਫਰੋਮ 1 ਪੇਰੈਂਟਸ, ਵੀ ਜਦ ਕਹਿੰਦੇ ਵੀ ਫਰਟੀਲਾਈਜੇਸ਼ਨ ਹੁੰਦੀ ਹੈ, ਇੱਕ ਟੀ ਕੀ ਹੈ ਟਾਲ ਪਲਾਂਟ ਤੋਂ ਹੈ, 1 ਪੇਰੈਂਟ ਹੈ। ਕਿਸ ਤਰ੍ਹਾਂ ਮਤਲਬ ਇਹ ਅਲੀਲਸ ਕਿਸ ਤਰ੍ਹਾਂ ਆਉਂਦੇ ਆ? ਪੋਲਨ ਦੇ ਥਰੂ ਆਉਂਦੇ ਆ। ਓਬਵੀਅਸਲੀ ਪਲਾਂਟਸ ਦੇ ਵਿੱਚ ਫਰਟੀਲਾਈਜੇਸ਼ਨ ਕਿਸ ਦੇ ਥਰੂ ਹੁੰਦੀ ਹੈ? ਪੋਲਨ ਦੇ ਥਰੂ ਹੁੰਦੀ ਹੈ।
ਪੋਲਨ ਹੈ ਜਿਹੜਾ ਵਿੰਡਸ ਦੇ ਥਰੂ, ਵਾਟਰ ਦੇ ਥਰੂ, ਡਿਫਰੈਂਟ ਵੇਜ਼ ਦੇ ਥਰੂ ਕੀ ਹੈ ਫਲਾਵਰ 'ਚ ਆਉਂਦਾ ਹੈ ਅਤੇ ਉੱਥੇ ਉਹ ਫਰਟੀਲਾਈਜ਼ ਕਰਦਾ, ਪੋਲੀਨੇਸ਼ਨ ਹੁੰਦੀ ਹੈ ਨਾ। ਅਤੇ ਇਹਦੇ ਵਿੱਚੋਂ ਕਹਿੰਦੇ ਵੀ ਪੋਲਨ ਦੇ ਥਰੂ ਇਹ ਟੀ ਫੋਮ ਜਾਂਦੀ ਹੈ। ਪੋਲਨਸ ਦੇ ਵਿੱਚ 2 ਲੀਲਸ ਹੁੰਦੇ, ਉਹਨਾਂ 'ਚ ਇੱਕ ਰਹਿ ਜਾਂਦਾ ਹੈ। ਐਂਡ ਟੀ ਫਰੋਮ ਅਦਰ ਪੇਰੈਂਟ then through eggs are united to produce zygote that have 1 tea plant and 1 tea leaf। ਫਿਰ ਕਹਿੰਦੇ ਜਦ ਇਹ ਹੈ ਨਾ ਪੋਲਨ ਫਲਾਵਰ 'ਚ ਚੱਲ ਗਿਆ, ਠੀਕ ਹੈ, ਤਾਂ ਇੱਕ ਦਾ ਤਾਂ ਟੀ ਹੈ ਜਿਹ ਤੋਂ ਸੈਗਰੀਗੇਟ ਹੋ ਗਏ, ਮਤਲਬ 1 ਕੈਪੀਟਲ ਟੀ ਰਹਿ ਜਾਂਦਾ। ਇਹ ਕੀ ਹੈ ਟਾਲ ਪਲਾਂਟ। ਦੂਜਾ ਡਵਾਰਫ ਪਲਾਂਟ ਹੈ। ਡਵਾਰਫ ਪਲਾਂਟ ਕੋਲ ਕੀ ਹੈ ਸਮੋਲ ਟੀ ਹੈ। ਸਮੋਲ ਟੀ ਤੋਂ ਮਤਲਬ ਮਿਓਸਿਸ ਦੇ ਨਾਲ, ਇਹ ਵੀ ਮਿਓਸਿਸ ਦੇ ਨਾਲ 1 ਸਮੋਲ ਟੀ ਰਹਿ ਜਾਂਦਾ ਹੈ, ਰਾਈਟ। ਹੁਣ ਇਹ ਦੋਨੋਂ ਕੀ ਫਿਊਜ਼ ਕਰਕੇ ਜ਼ਾਈਗੋਟ ਬਣਾਉਣਗੇ। ਇਹ ਸੈੱਲ ਨੇ, ਗਮੀਟਸ ਨੇ, ਗਮੀਟਿਕ ਸੈਲਸ ਨੇ, ਤੁਸੀਂ ਐਂ ਸਰ ਗਮੀਟਸ ਨੇ, ਐਨ ਹੈਪਲੋਇਡ। ਹੁਣ ਇਹ ਕੀ ਹੈ ਇਹ ਵੀ ਐਨ ਹੈ, ਦੋਨੋਂ ਫਿਊਜ਼ ਕਰਕੇ ਜ਼ਾਈਗੋਟ ਬਣੂਗਾ ਅਤੇ ਜ਼ਾਈਗੋਟ ਦੀ ਕੀ ਹੋਊਗਾ ਡਿਪਲੋਇਡ ਟੂ ਐਨ, ਠੀਕ ਹੈ। ਅਤੇ ਇਹ ਕੀ ਕਰਨਗੇ ਐਗ ਬਣਾਉਣਗੇ ਫਿਊਜ਼ ਕਰਕੇ, ਯੂਨਾਈਟਡ ਟੂ ਪ੍ਰੋਡਿਊਸ ਜ਼ਾਈਗੋਟ, ਮਤਲਬ ਐਗ ਪੋਲਨ ਦੇ ਨਾਲ ਫਿਊਜ਼ ਹੋ ਕੇ ਕੀ ਬਣਾਊਗਾ ਜ਼ਾਈਗੋਟ ਬਣਾਊਗਾ। ਮੇਲ ਗਮੀਟ ਅਤੇ ਫੀਮੇਲ ਗਮੀਟ ਫਿਊਜ਼ ਕਰਕੇ ਜ਼ਾਈਗੋਟ ਬਣਾਉਣਗੇ ਦੈਟ ਹੈਵ 1, ਅਤੇ ਜ਼ਾਈਗੋਟ ਕੋਲ ਕੀ ਹੋਊਗਾ 1 ਲਾਰਜ ਟੀ ਹੋਊ ਅਤੇ 1 ਸਮੋਲ ਟੀ ਹੋਊਗਾ ਦੈਟ ਹੈਵ 1 ਕੈਪੀਟਲ ਟੀ ਐਂਡ 1 ਹੈ ਸਮੋਲ ਟੀ। ਇਹ ਟਾਲ ਪਲਾਂਟ ਦਾ ਹੋ ਗਿਆ, ਇਹ ਡਵਾਰਫ ਪਲਾਂਟ ਦਾ, ਉਹ ਦੋਨੋਂ ਫਿਊਜ਼ ਕਰਕੇ। ਇਨ ਅਦਰ ਵਰਡਸ ਦ ਹਾਈਬ੍ਰਿਡਸ ਹੈਵ ਕੈਪੀਟਲ ਟੀ ਸਮੋਲ ਟੀ। ਮਤਲਬ ਹੁਣ ਇਹ ਕੀ ਹੈ ਹਾਈਬ੍ਰਿਡ ਪਲਾਂਟ ਬਣ ਗਿਆ, ਹਾਈਬ੍ਰਿਡ ਜ਼ਾਈਗੋਟ ਬਣ ਗਿਆ। ਕਿਉਂ ਹਾਈਬ੍ਰਿਡ ਕਿਉਂ ਕਹਿ ਰਹੇ ਹਾਂ, ਕਿਉਂਕਿ ਇਹ ਦੋਨੋਂ ਸੇਮ ਪਲਾਂਟ ਦੇ ਵਿੱਚ ਫਿਊਜ਼ ਨਹੀਂ ਹੋ ਰਹੀ। ਟਾਲ ਪਲਾਂਟ ਦੇ ਨਾਲ ਫਿਊਜ਼ ਨਹੀਂ ਕਰ ਰਿਹਾ, ਜਾਂ ਫਿਰ ਡਵਾਰਫ ਪਲਾਂਟ ਦੇ ਨਾਲ ਫਿਊਜ਼ ਨਹੀਂ ਕਰ ਰਿਹਾ। ਕਿਹਦੇ ਵਿੱਚ ਫਿਊਜ਼ ਹੋ ਰਿਹਾ ਟਾਲ ਪਲਾਂਟ ਇਜ਼ ਬਰੀਡਿੰਗ ਵਿਦ ਡਵਾਰਫ ਪਲਾਂਟ। ਫਿਰ ਜਦ ਇਹਨਾਂ ਦਾ ਜ਼ਾਈਗੋਟ ਬਣਦਾ ਤਾਂ ਉਸਦਾ ਲੀਲ ਕੀ ਬਣਦਾ, ਇਹ ਗਮੀਟਸ ਨੇ, ਰਾਈਟ। ਅਤੇ ਫਿਊਜ਼ ਕਰਕੇ ਕੀ ਬਣਾਉਂਦੇ ਆ ਇੱਕ ਕੈਪੀਟਲ ਟੀ ਇੱਕ ਸਮੋਲ ਟੀ, ਅਤੇ ਇਹ ਕੀ ਹੈ ਹਾਈਬ੍ਰਿਡ ਹੈ। ਆਪਾਂ ਕਈ ਵਾਰ ਸੁਣਦੇ ਨਾ ਮਤਲਬ ਹਾਈਬ੍ਰਿਡਸ ਬਣਾਏ ਜਾਂਦੇ ਹੈ, ਜਿਵੇਂ ਹੋਰਸ ਅਤੇ ਮਤਲਬ ਡਿਫਰੈਂਟ ਕਿਸੇ ਸਪੀਸ਼ੀਜ਼ ਦੇ ਨਾਲ ਬਰੀਡ ਕਰਾ ਕੇ ਤਾਂ ਹਾਈਬ੍ਰਿਡਸ ਬਣਾਏ ਜਾਂਦੇ ਆ, ਹੈ ਨਾ। ਜੈਨੇਟਿਕਲੀ ਮੋਡੀਫਾਈਡ ਔਰਗਨਿਜ਼ਮ ਬਣਾਏ ਜਾਂਦੇ ਆ, ਹਾਈਬ੍ਰਿਡ ਬਣਦੇ ਨੇ। ਸਿਮਿਲਰਲੀ ਇਹੀ ਕਿ ਹਾਈਬ੍ਰਿਡ ਬਣ ਗਿਆ ਜਿਹਦੇ ਵਿੱਚ 1 ਕੈਪੀਟਲ ਟੀ ਹੈ, ਜਿਹਦੇ ਨਾਲ ਜਿਹੜਾ ਪਲਾਂਟ ਹੈ ਟਾਲ ਬਣਦਾ, ਇੱਕ ਸਮੋਲ ਟੀ ਜਿਹਦੇ ਨਾਲ ਪਲਾਂਟ ਡਵਾਰਫ ਬਣਦਾ। ਇਹ ਕੀ ਬਣ ਗਏ ਹਾਈਬ੍ਰਿਡ ਬਣ ਗਏ। Since these hybrids contain alleles which express contrasting trait। ਇਹ ਕਹਿੰਦੇ ਵੀ ਇਹ ਜਿਹੜਾ ਹਾਈਬ੍ਰਿਡ ਹੈ ਇਹਦੇ ਵਿੱਚ ਕੰਟਰਾਸਟਿੰਗ ਟ੍ਰੇਟ ਹੈ। ਕੰਟਰਾਸਟ ਕੀ ਹੁੰਦਾ ਓਪੋਜ਼ਿਟ ਅਲੀਲਸ ਨੇ ਨਾ, ਕਿਉਂਕਿ ਇਹ ਤਾਂ ਟਾਲ ਪਲਾਂਟ ਬਣਨ ਲਈ ਰਿਸਪੋਂਸੀਬਲ ਹੈ ਅਤੇ ਜਿਹੜਾ ਸਮੋਲ ਟੀ ਹੈ ਉਹ ਡਵਾਰਫ ਪਲਾਂਟ ਲਈ ਰਿਸਪੋਂਸੀਬਲ। ਇਸ ਲਈ ਕਹਿ ਰਿਹਾ ਇਹ ਕੰਟਰਾਸਟਿੰਗ ਟ੍ਰੇਟ, ਕਿਉਂਕਿ ਦੋਨੋਂ ਕੀ ਆਪਸ 'ਚ ਕੰਟਰਾਸਟ ਕਰ ਰਿਹਾ, ਜਿਸ ਕਰਕੇ ਪਲਾਂਟਸ ਨੂੰ ਕੀ ਕਹਿੰਦੇ ਆ ਹੈਟਰੋਜ਼ਾਈਗਸ। ਮਤਲਬ ਇਹਨਾਂ ਤੋਂ ਜਿਹੜੇ ਪਲਾਂਟਸ ਬਣਨਗੇ ਉਹ ਹੈਟਰੋਜ਼ਾਈਗਸ ਹੋਣਗੇ, ਕਿਉਂਕਿ ਉਹਨਾਂ ਦੇ ਅਲੀਲਸ ਕੀ ਹੋਣਗੇ ਕੈਪੀਟਲ ਟੀ ਅਤੇ ਸਮੋਲ ਟੀ। ਦੇਖੋ ਸ਼ੁਰੂ ਵਿੱਚ ਆਪਾਂ ਨੇ ਕੀ ਪਿਓਰ ਪਲਾਂਟਸ ਲਿੱਤੇ ਸੀ, ਕੈਪੀਟਲ ਟੀ ਸਮੋਲ ਟੀ, ਠੀਕ ਹੈ। ਜਦ ਫਿਊਜ਼ਨ ਹੋ ਗਿਆ ਤਾਂ ਇਹ ਕੀ ਪਲਾਂਟ ਕਿਹੜਾ ਬਣ ਗਿਆ ਜਿਹਦੇ ਵਿੱਚ ਅਲੀਲ ਹੋਊਗਾ ਕੈਪੀਟਲ ਟੀ ਸਮੋਲ ਟੀ, ਅਤੇ ਇਹ ਕਿਹੋ ਜਿਹੇ ਪਲਾਂਟਸ ਬਣਾਉਣਗੇ ਹੈਟਰੋਜ਼ਾਈਗਸ। ਹੈਟਰੋ ਮਤਲਬ ਡਿਫਰੈਂਟ ਹੋਣਾ। ਇੱਕ ਹੁੰਦਾ ਹੋਮੋ ਮੀਨ ਸੇਮ। ਹੋਮੋ ਕਿਹੜੇ ਹੋ ਗਏ ਕੈਪੀਟਲ ਟੀ ਜਾਂ ਸਮਾਲ ਟੀ ਇਹ ਹੋਮੋ ਹੋ ਗਈ। ਕੈਪੀਟਲ ਟੀ ਸਮੋਲ ਟੀ ਇਹ ਕੀ ਹੋ ਗਿਆ ਹੈਟਰੋ, ਮਤਲਬ ਦੋਨੋਂ ਕੰਟਰਾਸਟਿੰਗ ਓਪੋਜ਼ਿਟ ਹੋਣਾ, ਡਿਫਰੈਂਟ ਹੋਣਾ, ਠੀਕ ਹੈ। ਇਹ ਹੈਟਰੋਜ਼ਾਈਗਸ ਹੈ। ਦ ਪ੍ਰੋਡਕਸ਼ਨ ਆਫ ਗਮੀਟਸ ਬਾਈ ਦੀ ਪੇਰੈਂਟ, ਵੀ ਜਿਹੜੇ ਇਹ ਗਮੀਟਸ ਬਣ ਰਹੇ ਹੈ ਪੇਰੈਂਟ ਪਲਾਂਟ ਤੋਂ, the production of gamete by the parent, the formation of zygote, the F1 and F2 plants can be understood by a diagram Punnett square। ਇਹ ਕਹਿੰਦੇ ਜਿਹੜਾ ਵੀ ਇਹ ਪੇਰੈਂਟਸ ਗਮੀਟ ਬਣ ਰਹੇ ਹੈ ਜਾਂ ਜ਼ਾਈਗੋਟ ਬਣ ਰਹੇ ਹੈ ਜਾਂ F1 ਜਨਰੇਸ਼ਨ ਆ ਰਹੀ ਹੈ ਜਾਂ F2 ਪਲਾਂਟਸ ਹੈ, ਇਹ ਸਾਰਾ ਪ੍ਰੋਸੈਸ ਆਪਾਂ ਕਿਸ ਦੇ ਥਰੂ ਸਮਝ ਸਕਦੇ ਹਾਂ ਪਿਊਨੈਟ ਸਕੇਅਰ। ਇਹ ਪਿਊਨੈਟ ਸਕੇਅਰ ਹੈ, ਠੀਕ ਹੈ। ਆਪਾਂ ਦੇਖ ਲੈਂਦੇ ਹਾਂ ਇਹਦੇ ਵਿੱਚ ਕੀ ਹੋ ਰਿਹਾ। ਪਿਊਨੈਟ ਸਕੇਅਰ 'ਚ ਕੀ ਹੋ ਰਿਹਾ, ਜਿਵੇਂ ਦੇਖੋ ਇਹਦੇ ਵਿੱਚ ਆਹ
टॉल प्लांट है, ठीक है। ये डवार्फ प्लांट है। टॉल प्लांट के की अलील्स ने कैपिटल टी एक साइड ते लिख लिया। फिर डवार्फ प्लांट है, डवार्फ प्लांट की की अलील है क्या स्मॉल टी तो एक साइड ते लिख लिया। फिर इन्हों का हुण की आपां की है ना क्रॉस करावांगे, जिमें कैपिटल टी नूं स्मॉल टी नाल क्रॉस कराता तो की बन गया कैपिटल टी स्मॉल टी, आ इत्थे लिखता, ठीक है। पहला ये नाल हो गया, फिर हुण आपां इहदे नाल क्रॉस करावांगे, ये भी की है कैपिटल टी स्मॉल टी, ये लिखता, ठीक है। हुण इहनूं इहदे नाल करावांगे, कैपिटल टी स्मॉल टी दे नाल फ्यूज़ हो गया कैपिटल टी स्मॉल टी। फिर जिहड़ा मतलब इहदा इहदे नाल फ्यूज़ हो गया, ठीक है। तो हुण की होनी कैपिटल टी स्मॉल टी, तो सारे की बन रहे हैं हेट्रोजाइगस, तो सारे सेम ने, ठीक है। ये F1 जनरेशन है, ये किहड़ी जनरेशन बनूगी, ये F1 जनरेशन है। ये आपां ने प्योर प्लांट्स लिते हैं, होमोजाइगस प्लांट्स लिते हैं, जिन्होंने स्मॉल टी सेम टाइप ऑफ लीव्स है। ये आपदे सेम लीव्स ने, ये आपदे सेम लीव्स ने, कैपिटल टी स्मॉल टी, ठीक है। प्योर लिते आपां ने। फिर जब ये आपां इन्हां दे विच क्रॉसिंग करा दिंदे आ, तो जिहड़े आह मतलब अपने कोल लीव्स बन जाते हैं, किहड़े जिहड़े प्लांट्स ने किस नूं रिप्रजेंट करदे F1 जनरेशन। इन्हां दोनों प्लांट्स नूं क्रॉस करा के जिहड़े ये प्लांट्स आए है, ये इन्हां दी पहली जनरेशन है F1 जनरेशन, ठीक है। तो ये की है सारे टाल प्लांट्स ही है, क्योंकि टी की हुंदा डोमीनेंट, ये की है टी डोमीनेंट करते आपदे नूं एक्सप्रैस करते। हुण सैल्फिंग हो रही है, सैल्फिंग मतलब जिहड़ा कैपिटल टी स्मॉल टी है, कैपिटल टी स्मॉल टी दे नाल ही फ्यूज़ कर रहे हैं। जब कैपिटल टी एक पासे आपां ने कैपिटल टी लिख लिया, एक पासे स्मॉल टी लिख लिया, ये प्लांट सैल्फिंग हुंदा सेम टाइप ऑफ प्लांट नाल कराना। आपां जिहड़ी मतलब आह कीती है, ये क्रॉस है, क्योंकि यही कि कैपिटल टी टॉल है तो डवार्फ है, बट ये की है सेम टाइप है, इस करके इन्हूं सैल्फिंग लिखिया, क्योंकि ये सेम टाइप ऑफ प्लांट दे विच क्रॉस हो रहा है। इत्थे भी कैपिटल टी स्मॉल टी, इत्थे भी कैपिटल टी स्मॉल टी है, ठीक है। हुण इहदे विच आपां इस तरह लिखांगे, इत्थे की है कैपिटल टी स्मॉल टी, आपां लिख लिया कैपिटल टी स्मॉल टी। इत्थे की लिखिया कैपिटल टी स्मॉल टी, आपां ने इत्थे लिख लिया कैपिटल टी स्मॉल टी। हुण कैपिटल टी फ्यूज़ कराता, तो यह लील बन गया कैपिटल टी। फिर कैपिटल टी नूं स्मॉल टी नाल आपां ने फ्यूज़ कराता, तो की बन गया कैपिटल टी स्मॉल टी। फिर आपां ने इहदे नाल एक ही बन जूगा कैपिटल टी ते स्मॉल टी। कैपिटल टी ते स्मॉल टी, फिर एक ही बन जूगा स्मॉल टी। हुण एक ही है, दो टाइप दी रेशियो होंदियां। फिनोटिपिक रेशियो होंदी है मॉर्फोलॉजिकल, भी आपां लील्स नहीं देख रहे, आपां जस्ट देख रहे भी ये टाल बनूगा कि डवार्फ बनूगा, आपां गमीट्स नहीं देख रहे, मतलब इस तरह देख रहे हैं भी उस गमीट करके मॉर्फोलॉजिकल फीचर प्लांट का किहो जिहा बनूगा। जिमें ਇਹਦੇ ਵਿੱਚ भी कैपिटल टी ਇਹਦੇ ਵਿੱਚ कैपिटल टी स्मॉल टी, ਇਹ ਵੀ कैपिटल टी स्मॉल टी। इन्हां तिन्नां प्लांट्स ਦੇ ਵਿੱਚ कैपिटल टी है, जिस करके ये टाल प्लांट ही बनूगा, क्योंकि कैपिटल टी की है मतलब टॉल प्लांट्स ਲਈ रिस्पोंसिबल है, डोमीनेंट ਹੁੰਦਾ कैपिटल टी। तो यही की बन गया 3:1, क्योंकि डवार्फ इक्को ही है, ठीक है। जीनोटिपिक रेशियो च आपां अलील्स देखते हैं भी किहड़े अलील्स सेम ने, जिमें कैपिटल टी इक्को ही है। जीनोटिपिक मतलब जीन्स, मतलब आपां अलील्स से देख रहे, जीन्स से देख रहे भी जीन्स सेम ने, उस आपां इहदे विच कैपिटल टी इक्को ही है, राइट। तो एक हुण कैपिटल टी स्मॉल टी दो ने, ਇਹਦੇ ਵਿੱਚ ਆਪਾਂ ਟਾਲ ਤੇ ਡਵਾਰਫ ਕੱਲਾ ਐਕਸਟਰਨਲ ਮੋਰਫੋਲੋਜੀ, ਇਹਦੇ ਵਿੱਚ ਤਾਂ ਆਪਾਂ ਮੋਰਫੋਲੋਜੀ ਫਿਨੋਟਿਪਿਕ ਰੇਸ਼ੀਓ 'ਚ ਆਪਾਂ ਮੋਰਫੋਲੋਜੀ ਦੇਖਦੇ ਹਾਂ ਵੀ ਟਾਲ ਬਣੂਗਾ ਕਿ ਡਵਾਰਫ ਬਣੂਗਾ, ਉਸ ਬੇਸ 'ਤੇ ਆਪਾਂ ਰੇਸ਼ੀਓ ਲੈਂਦੇ ਹਾਂ। ਜੀਨੋਟਿਪਿਕ ਕੀ ਅਲੀਲਸ ਸੇਮ ਨੇ ਕਿੰਨੀਆਂ ਨੇ ਉਹ ਦੇਖਦੇ ਹਾਂ, ਅਲੀਲਸ ਦੀ ਜੀਨਸ ਬਾਰੇ ਦੇਖਦੇ ਹਾਂ। ਇਹ ਇੱਕ ਹੋ ਗਿਆ कैपिटल टी स्मॉल टी दो हो गया। फिर आ भी इक्को ही है स्मॉल टी, ठीक है। तो रेशियो बन गई 1:2।
2:1 ਤੇ ਕੀ ਹੈ 3:1, ਠੀਕ ਹੈ। ਇਹ ਜਿਹੜਾ ਇਹ ਵੀ ਇੰਪੋਰਟੈਂਟ ਹੈ ਵੀ ਕਿਸ ਨੇ ਪਿਊਨਟ ਸਕੇਅਰ ਕਿਸ ਨੇ ਦਿੱਤਾ ਸੀ, ਰੈਗੀਨਾਲ ਸੀ ਪਿਊਨਟ। ਇਹ ਕੀ ਹੈ, ਬ੍ਰਿਟਿਸ਼ ਸਾਇੰਟਿਸਟ ਜੈਨੇਟਿਸਟ ਹੈ, ਬ੍ਰਿਟਿਸ਼ ਜੈਨੇਟਿਸਟ ਰੈਗੀਨਾਲਡ ਸੀ ਪਿਊਨਟ, ਠੀਕ ਹੈ। It is a graphical representation to calculate the probability of all the possible genotypes of offspring in a genetic cross। ਮਤਲਬ ਇਹ ਪਿਊਨਟ ਸਕੇਅਰ ਕੀ ਇਹਦੇ ਵਿੱਚ ਕ੍ਰੋਸ ਕਰਾਇਆ ਜਾਂਦਾ ਹੈ ਅਤੇ ਇਹਦੇ ਵਿੱਚ ਸਾਰੀ ਪ੍ਰੋਬੇਬਿਲਿਟੀ ਪੋਸੀਬਿਲਿਟੀ ਦੇਖੀ ਜਾਂਦੀ ਹੈ ਜੀਨੋਟਾਈਪਸ ਦੀ, ਵੀ ਕਿਹੜੇ ਕਿਹੜੇ ਜੀਨੋਟਾਈਪਸ ਪੋਸੀਬਲ ਹੈ ਜਦੋਂ ਆਪਾਂ ਕ੍ਰੋਸ ਕਰਾਵਾਂਗੇ of the offspring in a genetic cross। The possible gametes are written on two sides, usually the top row and left columns। ਵੀ ਇਹ ਜਿਹੜੇ gametes ਹੈ ਕਿਸ ਤਰ੍ਹਾਂ ਲਿਖੇ ਜਾਂਦੇ ਆ, ਦੋ ਸਾਈਡ 'ਤੇ ਲਿਖੇ ਜਾਂਦੇ ਆ, ਇੱਕ ਟੋਪ ਰੋ ਅਤੇ ਇੱਕ ਲੈਫਟ ਕਾਲਮ 'ਤੇ। all possible combination are represented in box। ਵੀ ਜਿਹੜੇ ਵੀ combination ਆ box 'ਚ ਲਿਖ ਦਿੰਦੇ ਆ ਆਪਾਂ, combination represented in box below in the square which generate a square out form, ਠੀਕ ਹੈ। ਬਸ ਇਹਦੇ ਵਿੱਚ ਜ਼ਿਆਦਾ ਕੁਛ ਹੈ ਨਹੀਂ। Okay, the Punnett scale shows a parental tall capital T capital T। ਇਹ ਕਹਿੰਦੇ ਜਿਹੜਾ ਪਿਊਨਟ ਸਕੇਅਰ ਹੈ ਉਹਦੇ ਵਿੱਚ ਪੈਰੈਂਟਲ ਟੋਲ ਟੀ ਹੈ ਅਤੇ ਜਿਹੜੇ ਕੈਪੀਟਲ ਟੀ ਹੈ ਉਹ ਕਿਸ ਪਲਾਂਟ ਦੇ ਵਿੱਚ ਹੈ, ਮੇਲ ਪਾਰਟ ਨੂੰ ਰਿਪਰੈਜ਼ੈਂਟ ਕਰੇ। ਮਤਲਬ ਮੇਲ ਜਿਹੜਾ ਪਲਾਂਟ ਹੈ, ਮੇਲ ਦਾ ਜਿਵੇਂ ਆਪਾਂ ਨੇ ਪੋਲਨ ਲੈ ਲਿਆ ਕਿ ਕੋਈ ਪਲਾਂਟ ਹੈ ਜਿਹਦਾ ਆਪਾਂ ਨੇ ਮੇਲ ਪਾਰਟ ਲਿੱਤਾ, ਪੋਲਨ ਲਵਾਂਗੇ ਓਬਵੀਅਸਲੀ, ਤਾਂ ਉਸ ਪੋਲਨ ਦਾ ਜਿਹੜਾ ਅਲੀਲ ਹੈ ਉਹ ਕਿਹੜਾ ਹੈਗਾ, ਕੈਪੀਟਲ ਟੀ ਹੈ। ਇੱਕ ਸੈਕਿੰਡ ਡਵਾਰਫ ਪਲਾਂਟ ਲਿੱਤਾ ਉਹ ਫੀਮੇਲ ਹੈ, ਮਤਲਬ ਜਿਸ ਐਗ ਦੇ ਵਿੱਚ ਆਪਾਂ ਪਾਵਾਂਗੇ ਉਹ 'ਚ ਕੀ ਹੋਊਗਾ, ਸਮੋਲ ਟੀ ਹੋਊਗਾ ਫੀਮੇਲ ਪਾਰਟ। The gametes produced by them is the F1 generation, that is capital T। ਮਤਲਬ ਜਦ ਆਪਾਂ ਡਵਾਰਫ ਤੇ ਟਾਲ ਪਲਾਂਟ ਨੂੰ ਕ੍ਰੋਸ ਕਰਾਵਾਂਗੇ ਤਾਂ ਜਿਹੜੀ ਫਸਟ ਜਨਰੇਸ਼ਨ ਬਣੂਗੀ ਉਹਦੀ ਪ੍ਰੋਜਨੀ ਕੀ ਹੋਊਗੀ, ਆਪਾਂ ਨੇ ਦੇਖਿਆ ਵੀ ਜਦ ਆਪਾਂ ਨੇ ਟਾਲ ਤੇ ਡਵਾਰਫ ਨੂੰ ਕ੍ਰੋਸ ਕਰਾਇਆ ਤਾਂ ਸਾਰੇ ਕਿਸੇ ਕੈਪੀਟਲ ਟੀ ਸਮੋਲ ਟੀ ਕੈਪੀਟਲ ਟੀ ਸਮੋਲ ਟੀ ਕੈਪੀਟਲ ਟੀ ਸਮੋਲ ਟੀ ਕੈਪੀਟਲ ਟੀ ਸਮੋਲ ਟੀ, ਤਾਂ F1 ਜਨਰੇਸ਼ਨ ਕੀ ਹੈ, ਕੈਪੀਟਲ ਟੀ ਸਮੋਲ ਟੀ। The F1 plant of genotypes ਕੈਪੀਟਲ ਟੀ ਆਰ ਸੈਲਫ ਪੋਲੀਨੇਟਡ। ਵੀ ਹੁਣ ਜਿਹੜਾ F1 ਜਨਰੇਸ਼ਨ ਆ ਗਿਆ, ਹੁਣ ਆਪਾਂ ਉਹਦੀ ਕੀ ਹੈ, F1 ਜਨਰੇਸ਼ਨ ਦੀ ਕੈਪੀਟਲ ਡੀ ਕੀ ਸੈਲਫ ਪੋਲੀਨੇਸ਼ਨ ਕਰਾਂਗੇ। ਅਤੇ ਇਹ ਸਿੰਬਲਸ ਨੇ, ਆ ਫੀਮੇਲ ਦਾ ਆ ਮੇਲ ਦਾ, ਯੂਜ਼ ਟੂ ਡਿਨੋਟ ਫੀਮੇਲ ਐਗ ਐਂਡ ਮੇਲ ਪੋਲਨ। ਆ ਫੀਮੇਲ ਐਗ ਨੂੰ ਰਿਪਰੈਜ਼ੈਂਟ ਕਰਦਾ, ਮੇਲ ਪੋਲਨ ਨੂੰ, ਠੀਕ ਹੈ। ਓਕੇ, of F1 generation respectively। The F1 plant of genotype capital T small t when cell pollinator produce gametes of the genotype TT in equal proportion। ਇਹ ਕੀ ਕਹਿਣਾ ਚਾਹੁੰਦੇ ਆ ਵੀ ਜਦ ਆਪਾਂ ਨੇ ਟਾਲ ਤੇ ਡਵਾਰਫ ਪਲਾਂਟ ਨੂੰ ਕ੍ਰੋਸ ਕਰਾਇਆ, F1 ਜਨਰੇਸ਼ਨ ਬਣੀ, ਤਾਂ ਸਾਰੇ ਕਿਸੇ ਕੈਪੀਟਲ ਟੀ ਸਮੋਲ ਟੀ ਕੈਪੀਟਲ, ਮਤਲਬ ਸਾਰੇ ਟਾਲ ਪਲਾਂਟ ਬਣੇ ਵਿਦ ਸੇਮ ਟਾਈਪ ਆਫ, ਮਤਲਬ ਕੈਪੀਟਲ ਟੀ ਹੀ ਸਾਰੇ ਸੀਗਾ, ਕਿਸੇ ਦੇ ਵਿੱਚ ਡਵਾਰਫ ਪਲਾਂਟ ਬਣਿਆ ਹੀ ਨਹੀਂ, ਕੋਈ ਵੀ ਡਵਾਰਫ ਨਹੀਂ ਨਾ, ਸਾਰੇ ਟੋਲ ਨੇ। ਲੇਕਿਨ ਜਦੋਂ ਆਪਾਂ ਨੇ ਸੈਲਫਿੰਗ ਕੀਤੀ ਕੈਪੀਟਲ ਟੀ ਸਮੋਲ ਟੀ ਦੇ ਸੈਲਫਿੰਗ ਕੀਤੀ ਤਾਂ F2 ਜਨਰੇਸ਼ਨ ਬਣੀ। ਤਾਂ ਉਸ F2 ਜਨਰੇਸ਼ਨ ਦੇ ਵਿੱਚ ਟਾਲ ਪਲਾਂਟ ਨਹੀਂ ਇਕੱਲਾ ਆਇਆ, ਨਾਲ ਸਮੋਲ ਪਲਾਂਟ ਵੀ ਆਇਆ, ਡਵਾਰਫ ਪਲਾਂਟ ਵੀ ਆਇਆ। ਆ ਡਵਾਰਫ ਹੈ ਦੇਖੋ, ਸਮੋਲ ਟੀ ਇਹਦੇ ਵਿੱਚ ਨਹੀਂ ਨਾ ਹੈਗਾ ਕੋਈ ਵੀ, ਦੇਖ ਲਓ ਧਿਆਨ ਨਾਲ, ਬਟ ਇਹ ਜਿਹੜਾ F2 ਜਨਰੇਸ਼ਨ ਇਹਦੇ ਵਿੱਚ ਸਮਾਲ ਮਤਲਬ ਡਵਾਰਫ ਪਲਾਂਟ ਆ ਗਿਆ। ਅਤੇ ਇਸ ਕਰਕੇ ਇਹ ਕੀ ਕਹਿ ਰਹੇ ਆ ਵੀ ਇਹ ਕੀ ਹੈ, ਵੀ ਇਕੁਅਲ ਪ੍ਰਪੋਰਸ਼ਨ 'ਚ ਆਇਆ, ਵੀ ਇਹ ਕੀ ਹੈ, ਇਹਦੇ ਵਿੱਚ ਡਵਾਰਫ ਪਲਾਂਟ ਵੀ ਸ਼ੋਅ ਕੀਤਾ, ਇੱਥੇ ਤਾਂ ਆਇਆ ਹੀ ਨਹੀਂ F1 'ਚ, ਬਟ F2 'ਚ ਕੀ ਹੈ, ਡਵਾਰਫ ਪਲਾਂਟ ਵੀ ਕੋਈ ਬਣਿਆ, ਠੀਕ ਹੈ। ਇਸ ਕਰਕੇ ਕਹਿ ਰਹੇ T and T in equal proportion। When fertilization takes place, the pollen grain of genotype T have 50% chance to pollinate eggs of the genotype T। ਮਤਲਬ ਜਦੋਂ ਆਪਾਂ ਮੇਲ ਦਾ ਪੋਲਨ ਲਵਾਂਗੇ ਜਿਹਦੇ ਕੋਲ ਟੀ ਅਲੀਲ ਆ, ਉਹਦੇ ਕੋਲ 50% ਚਾਂਸ ਹੁੰਦਾ ਹੈ ਐਗ ਨੂੰ ਪੋਲੀਨੇਟ ਕਰਨ ਦਾ ਜੀਨੋਟਾਈਪ ਟੀ ਐਸ ਵੈਲ ਐਸ ਟੀ। ਮਤਲਬ ਵੀ 50% ਚਾਂਸ ਹੈ ਵੀ ਉਹ ਕੈਪੀਟਲ ਟੀ ਨੂੰ ਵੀ ਫਰਟੀਲਾਈਜ਼ ਕਰ ਸਕਦਾ ਹੈ, ਪੋਲੀਨੇਟ ਕਰ ਸਕਦਾ ਹੈ, ਅਤੇ ਮਤਲਬ ਡਵਾਰਫ ਟੀ ਨੂੰ ਵੀ ਕਰ ਸਕਦਾ ਹੈ। Also, pollen grains of genotype small t have 50% chance of pollinating eggs of genotype T। ਮਤਲਬ ਕਹਿੰਦੇ ਵੀ ਜਿਹੜਾ ਸਮੋਲ ਡਵਾਰਫ ਟੀ ਹੈ ਉਹਦੇ 50% ਚਾਂਸ ਹੈ ਕੈਪੀਟਲ ਟੀ ਨੂੰ ਪੋਲੀਨੇਟ ਕਰਨ ਦਾ।
मतलब सारे 50-50 चांस होंगे है, ठीक है। मतलब जरूरी नहीं है, बट इतों तक तो हजे 50-50 चांस है, ठीक है। जिमें आप देख सकते हैं भी ਜਿਹੜਾ ਮੇਲ ਹੈ ਪੋਲਨ ਹੈ ਉਹਦੇ ਕੋਲ ਕੈਪੀਟਲ ਟੀ ਲੀਲ ਹੈ, ਉਹਦੇ ਕੋਲ 50% ਚਾਂਸ ਹੈ ਵੀ ਉਹ ਟੀ ਨੂੰ ਵੀ ਕਰ ਸਕਦਾ ਪੋਲੀਨੇਟ, ਵੀ ਟੀ ਬਣ ਸਕਦਾ ਅਤੇ ਸਮੋਲ ਟੀ ਨੂੰ ਪੋਲੀਨੇਟ ਕਰਕੇ ਟੀ ਸਮੋਲ ਟੀ, ਮਤਲਬ ਇਹ ਇਹਨਾਂ ਦੋਨਾਂ 'ਚ ਕੋਈ ਇੱਕ ਬਣੂਗਾ ਅਤੇ ਇਹ ਕੀ 50% ਚਾਂਸ ਹੈ। ਸਿਮਿਲਰਲੀ ਕਹਿੰਦੇ ਜਿਹੜਾ ਫੀਮੇਲ ਹੈ ਇਹ ਮੇਲ ਦਾ ਹੈ, ਫੀਮੇਲ ਕੋਲ ਕੀ ਹੈ ਸਮੋਲ ਟੀ ਹੈ, ਇਹਦੇ ਕੋਲ ਵੀ 50% ਚਾਂਸ ਹੈ ਵੀ ਜਾਂ ਤਾਂ ਟੀ ਸਮੋਲ ਟੀ ਬਣ ਜਾਊਗਾ ਜਾਂ ਸਮੋਲ ਟੀ ਬਣ ਜਾਊਗਾ। ਮਤਲਬ ਇਹ ਇਹਨਾਂ ਦੋਨਾਂ 'ਚੋਂ ਕੋਈ ਇੱਕ ਹੀ ਬਣੂਗਾ, ਦੋਨਾਂ 'ਚ ਇੱਕ ਹੀ ਬਣੂਗਾ, ਇਹਨਾਂ ਦੋਨਾਂ ਦੇ 50-50 ਚਾਂਸ ਹੁੰਦੇ ਆ, ਠੀਕ ਹੈ। ਓਕੇ, as a result of random fertilization resultant zygote ਕਿਹੜੇ ਬਣਨਗੇ, ਜ਼ਾਈਗੋਟ ਕਿਹੜੇ ਕੈਪੀਟਲ ਟੀ ਸਮੋਲ ਟੀ ਅਤੇ ਸਮੋਲ ਟੀ ਮਤਲਬ ਇਹੀ ਤਿੰਨ ਮਤਲਬ ਟਾਈਪ ਬਣ ਸਕਦੇ ਆ ਅਤੇ ਦੱਸਿਆ ਹੋਇਆ। From Punnet's scale, it is easily seen that 1/4 of the random fertilization leads to capital T, ਤੇ half lead to capital T small t, 1/4 lead to capital। ਇਹ ਕਿਸ ਤਰ੍ਹਾਂ ਹੈ, ਕਿਉਂਕਿ ਦੇਖੋ ਨਾ ਜਿਹੜਾ ਟੇਬਲ ਬਣਦਾ ਉਹਦੇ ਵਿੱਚ 4 ਨੇ, 1 2 3 4 ਕੈਪੀਟਲ ਟੀ ਸਮੋਲ ਟੀ, ਰਾਈਟ, ਕੈਪੀਟਲ ਟੀ ਸਮੋਲ ਟੀ, ਇਹਦੇ ਨਾਲ ਕਰਤਾ ਤਾਂ ਕੈਪੀਟਲ ਟੀ ਸਮੋਲ ਟੀ ਅਤੇ ਇਹ ਕਿੰਨੇ 4, 1 2 3 4। ਹੁਣ ਜੇ ਆਪਾਂ ਕੈਪੀਟਲ ਟੀ ਲਈਏ, ਇਕੱਲਾ ਕੈਪੀਟਲ ਟੀ ਲਈਏ ਤਾਂ ਕਿੰਨੇ ਬਣ ਗਏ, 1 ਹੈ 4 'ਚੋਂ ਤਾਂ 1/4। ਹੁਣ ਕੈਪੀਟਲ ਟੀ ਅਤੇ ਸਮੋਲ ਟੀ ਕਿੰਨੀ ਹੈ, 2/4 ਨੇ, 2 ਹੈ ਨਾ, ਟੋਟਲ ਕਿੰਨੇ 1 2 3 4 ਅਤੇ ਆਹ ਕਿੰਨੇ 2/4 ਹੋ ਗਿਆ ਤਾਂ ਇਹ ਹਾਫ ਹੋ ਗਿਆ। ਅਤੇ ਉਵੇਂ ਮਤਲਬ ਡਵਾਰਫ ਦਾ ਵੀ ਕੀ ਹੋ ਜਾਊਗਾ, ਕਿਉਂਕਿ ਇਹ ਵੀ ਇੱਕੋ ਹੀ ਹੈ ਤਾਂ 1/4। ਇਸ ਕਰਕੇ ਕਹਿ ਰਹੇ ਵੀ ਪੁਨੇਟ ਸਕੇਅਰ ਦੇ ਵਿੱਚ ਜਿਹੜਾ ਆਪਾਂ ਦੇਖਦੇ ਹਾਂ ਉਹਦੀ ਰੇਸ਼ੀਓ ਕਿੰਨੀ ਆਉਂਦੀ ਹੈ, 1/4 ਕੀ ਬਣਦਾ, 1/4 ਕੈਪੀਟਲ ਟੀ ਅਤੇ ਸਮੋਲ ਟੀ ਵੀ 1/4 ਹੈ, ਲੇਕਿਨ ਕੈਪੀਟਲ ਟੀ ਸਮੋਲ ਟੀ ਕਿੰਨਾ ਹਾਫ, ਠੀਕ ਹੈ। ਥਰੂ ਦੀ F1 ਹੈਵ ਅ ਜੀਨੋਟਾਈਪ ਆਫ ਕੈਪੀਟਲ ਟੀ ਸਮੋਲ ਟੀ, ਵੀ ਇਹ ਕਿਹਦੀ ਹੈ, F2 ਦੀ ਹੈ, ਲੇਕਿਨ ਕਹਿੰਦੇ ਵੀ ਜਿਹੜਾ F1 ਹੈ ਉਹਦੇ ਵਿੱਚ ਸਾਰੇ ਜੀਨੋਟਾਈਪ ਕੀ ਕੈਪੀਟਲ ਟੀ ਸਮੋਲ ਟੀ ਹੁੰਦੀ ਹੈ, ਠੀਕ ਹੈ। ਬਟ ਦਾ ਫੀਨੋਟਾਈਪ ਕਰੈਕਟਰ ਸੀਨ ਇਜ਼ ਟੋਲ, ਵੀ ਜਿਹੜਾ ਫੀਨੋਟਾਈਪ ਉਹਦੇ ਵਿੱਚ ਸਾਰੇ ਟੋਲ ਹੀ ਬਣਦੇ, ਕਿਉਂਕਿ ਕੈਪੀਟਲ ਟੀ ਸਮੋਲ ਟੀ ਇਹ ਕਿਸ ਦੀ ਗੱਲ ਕਰ ਰਹੇ, F1 ਦੀ, ਇਹ F2 ਦੀ ਹੈ, ਇਹ F1 ਦੀ। F1 'ਚ ਕਹਿੰਦੇ ਵੀ ਕੈਪੀਟਲ ਟੀ ਸਮੋਲ ਟੀ ਹੁੰਦਾ, ਜਿਸ ਕਰਕੇ ਉਹਦਾ ਜਿਹੜਾ ਫੀਨੋਟਾਈਪ ਹੈ ਮੋਰਫੋਲੋਜੀ ਕੀ ਹੈ ਟੋਲ ਹੀ ਬਣੂਗਾ, ਕਿਉਂਕਿ ਕੈਪੀਟਲ ਟੀ ਡੋਮੀਨੈਂਟ ਹੁੰਦਾ ਓਵਰ ਸਮੋਲ ਟੀ, ਠੀਕ ਹੈ। At F2 generation, 3/4 of the plant are tall, where some of the capital T, while others are capital small t। ਇਹ ਕਹਿੰਦੇ ਵੀ ਜਦ F2 ਜਨਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਟਾਲ ਪਲਾਂਟ ਹੈ, ਕਿਉਂਕਿ ਇਹ ਵੀ ਟਾਲ ਪਲਾਂਟ ਬਣੂਗਾ, ਇਹ ਵੀ ਕਿਉਂਕਿ ਇਹ 'ਚ ਵੀ ਕੈਪੀਟਲ ਟੀ ਆ ਗਿਆ, ਇਹ ਵੀ, ਇਹ ਕਿੰਨੇ ਹੋਏ 1 2 3 ਤਾਂ 4 ਨੇ ਟੋਟਲ, ਤਾਂ ਇਸ ਕਰਕੇ ਕਹਿ ਰਿਹਾ ਵੀ 3/4 ਆਫ ਦਾ ਪਲਾਂਟ ਆਰ ਟਾਲ, ਕਿਉਂਕਿ ਇਹ ਵੀ ਟਾਲ ਮਤਲਬ ਕੈਪੀਟਲ ਟੀ ਇਹ ਕੈਪੀਟਲ ਟੀ ਸਮੋਲ ਟੀ, ਕੈਪੀਟਲ ਟੀ ਤਾਂ ਆ ਗਿਆ ਨਾ, ਜਿਹ 'ਚ ਵੀ ਕੈਪੀਟਲ ਟੀ ਆ ਉਹ ਟਾਲ ਬਣਾਊਗਾ, ਤਾਂ ਇਹ ਕਿੰਨੇ ਹੋ ਗਏ 3 ਨੇ, ਇਹ 'ਚ ਤਾਂ ਕੁਛ ਨਹੀਂ ਹੈਗਾ, ਤਾਂ ਇਹ ਟੋਟਲ 4, 3/4 ਆਫ ਦਾ ਟਾਲ, ਠੀਕ ਹੈ। ਲੇਕਿਨ ਅਦਰਸ ਕੈਪੀਟਲ ਟੀ ਜਾਂ ਸਮੋਲ ਟੀ ਹੋ ਸਕਦੇ ਆ। Externally, it is not possible to distinguish between the plant with the genotype capital T and capital T। ਇਹ ਕਹਿੰਦੇ ਵੀ ਜਿਹੜਾ ਐਕਸਟਰਨਲ ਹੈ, ਜਿਵੇਂ ਹੁਣ ਕੋਈ ਪਲਾਂਟ ਟੋਲ ਹੈ ਤਾਂ ਆਪਾਂ ਬਾਹਰੋਂ ਹੀ ਦੇਖ ਕੇ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਜਿਹੜੇ ਅਲੀਲ ਹੈ ਕੈਪੀਟਲ ਟੀ ਹੋਊਗਾ ਜਾਂ ਕੈਪੀਟਲ ਟੀ ਸਮੋਲ ਟੀ ਹੋਊਗਾ। ਇਹ ਤਾਂ ਜੇ ਆਪਾਂ ਬਹੁਤ ਇਨਰ ਰਿਸਰਚ ਕਰੀਏ, ਸੈੱਲ ਦੇ ਉੱਤੇ, ਪਲਾਂਟ ਦੇ ਸੈੱਲ ਦੇ ਅਲੀਲਸ ਦੇਖੀਏ, ਜੀਨ ਤੱਕ ਜਾਈਏ,
फिर आप मी भी देख सकते हैं, पर अदरवाइज एक्सटर्नली आप मॉर्फोलॉजिकली प्लांट देख के नहीं दस सकते भी जे टाल प्लांट है तो वह जीनोटाइप कैपिटल टी कैपिटल हो गया, कैपिटल टी स्मॉल टी हो, क्योंकि दोनों के नाल ही टाल प्लांट बनता है। स्मॉल टी दे नाल डवार्फ प्लांट बनता है, कैपिटल टी एंड कैपिटल टी स्मॉल टी दे नाल दोनों दे नाल टाल प्लांट बनते हैं। Hence, with the genotypic pair capital T small t, only one character capital T is expressed। भी कहते भी चाहे ਜਿਹੜਾ ਜੈਨੇਟਿਕ ਪੇਅਰ ਕੈਪੀਟਲ ਟੀ ਸਮੋਲ ਟੀ ਦੇ ਵਿੱਚ ਦੋਨੋਂ ਟਾਈਪ ਦੇ ਲੀਡ ਪ੍ਰੈਜ਼ੈਂਟ ਹੈ, ਬਟ ਉਹਦੇ ਵਿੱਚ ਐਕਸਪ੍ਰੈਸ਼ਨ ਕਰੈਕਟਰ ਟੀ ਦਾ ਹੀ ਹੁੰਦਾ ਹੈ। ਕਿਉਂ? ਕਿਉਂਕਿ ਕੈਪੀਟਲ ਟੀ ਇਜ਼ ਡੋਮੀਨੈਂਟ ਓਵਰ ਸਮੋਲ ਟੀ। ਜਿਵੇਂ ਫਾਰ ਐਗਜ਼ਾਮਪਲ ਕੋਈ ਦੋ ਆਪਾਂ ਕਹੀਏ ਫਰੈਂਡਸ ਨੇ ਜਾਂ ਤਾਂ ਦੋ ਕਜ਼ਨਸ ਨੇ, ਉਹਨਾਂ ਵਿੱਚੋਂ ਇੱਕ ਡੋਮੀਨੈਂਟ ਹੈ, ਤਾਂ ਜਿਹੜਾ ਡੋਮੀਨੈਂਟ ਉਹਦੀ ਗੱਲ ਮੰਨੀ ਜਾਂਦੀ ਹੈ, ਰਾਈਟ। ਸਿਮਿਲਰਲੀ ਆਪਾਂ ਇਹ 'ਚ ਆਪਾਂ ਦੇਖ ਸਕਦੇ ਹਾਂ ਜਿਹੜਾ ਕੈਪੀਟਲ ਟੀ ਡੋਮੀਨੈਂਟ ਹੈ ਤਾਂ ਉਹੀ ਆਪਦਾ ਐਕਸਪ੍ਰੈਸ਼ਨ ਕਰ ਸਕਦਾ ਸਮੋਲ ਟੀ ਦੇ ਉੱਪਰ। ਹੈਂਸ ਕਰੈਕਟਰ ਟੀ ਜਾਂ ਫਿਰ ਟੋਲ ਇਜ਼ ਸੈਟ ਟੂ ਬੀ ਡੋਮੀਨੈਂਟ ਓਵਰ ਦੀ ਸਮੋਲ ਟੀ। ਤਾਂ ਕਰਕੇ ਆਪਾਂ ਇਸ ਕਰਕੇ ਆਪਾਂ ਕਹਿ ਰਹੇ ਹਾਂ ਵੀ ਜਿਹੜਾ ਕੈਪੀਟਲ ਟੀ ਹੈ ਟੋਲ ਅਲੀਲ ਆ ਉਹ ਡੋਮੀਨੈਂਟ ਓਵਰ ਦੀ ਸਮੋਲ ਟੀ ਔਰ ਡਵਾਰਫ ਕਰੈਕਟਰ। Tall is dominant over dwarf character. Okay, it is thus due to this dominance of one character over the other, the all F1 plants are tall। भी ਇਹ ਜਿਹੜਾ ਡੋਮੀਨੈਂਸ ਹੈ ਟਾਲ ਪਲਾਂਟ ਜਾਂ ਕੈਪੀਟਲ ਟੀ ਅਲੀਲ ਦੀ ਡੋਮੀਨੈਂਸ ਹੈ ਓਵਰ ਡਵਾਰਫ ਪਲਾਂਟ, ਇਸ ਕਰਕੇ ਇਹਨੂੰ ਕੀ ਕਹਿੰਦੇ ਆ, ਜਿਹੜਾ F1 ਪਲਾਂਟ ਹੈ ਉਹ ਕੀ ਹੈ, ਟਾਲ ਹੈਗਾ। ਥੋ ਦ ਜੀਨੋਟਾਈਪ ਇਜ਼ ਕੈਪੀਟਲ ਟੀ ਸਮੋਲ ਟੀ। ਚਾਹੇ ਕਹਿੰਦੇ ਵੀ ਜਿਹੜੇ ਜੀਨੋਟਾਈਪ ਹੈ ਕੈਪੀਟਲ ਟੀ ਸਮੋਲ ਟੀ ਹੀ ਹੈ, ਨੋ ਡਾਊਟ, ਬਟ ਇਹਦੇ ਵਿੱਚ ਕੀ ਕੈਪੀਟਲ ਟੀ ਡੋਮੀਨੈਂਟ ਹੈ, ਜਿਸ ਕਰਕੇ ਇਹ ਕੀ ਹੈ, ਡੋਮੀਨੈਂਟ ਦੀ ਚੱਲਦੀ ਹੁੰਦੀ ਹੈ। ਆਪਾਂ ਕਹਿੰਦੇ ਇਹ ਦਾਦਾਗਿਰੀ ਕਰਦਾ ਹੈ ਬੱਚਾ ਜਾਂ ਕੁਛ ਵੀ, ਦਾਦਾਗਿਰੀ ਕੀ ਵੀ ਡੋਮੀਨੈਂਟ ਹੈ। ਤਾਂ ਡੋਮੀਨੈਂਟ ਕੀ ਹੁੰਦਾ ਹੈ ਵੀ ਜਿਹੜਾ ਆਪਦੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਕਰੇ, ਠੀਕ ਹੈ। ਤਾਂ ਕੈਪੀਟਲ ਟੀ ਡੋਮੀਨੈਂਟ ਹੈ, ਜਿਸ ਕਰਕੇ ਉਹ ਪਲਾਂਟ ਟਾਲ ਹੀ ਬਣੂਗਾ, ਚਾਹੇ ਦੋਨੇ ਲੀਲਸ ਪ੍ਰੈਜ਼ੈਂਟ ਹੈ ਬਟ ਉਹ ਟਾਲ ਬਣੂਗਾ ਕਿਉਂਕਿ ਕੈਪੀਟਲ ਟੀ ਪ੍ਰੈਜ਼ੈਂਟ ਹੈ ਅਤੇ ਕੈਪੀਟਲ ਟੀ ਕੀ ਡੋਮੀਨੈਂਟ ਹੈ। ਲੇਕਿਨ ਜਿਹੜਾ F2 ਉਹਦੇ ਵਿੱਚ ਇਹ ਰੇਸ਼ੀਓ 3/4 ਹੈ, ਜਿਹੜਾ F1 ਹੈ ਉਹਦੇ ਵਿੱਚ ਤਾਂ 1 ਹੈ, ਕਿਉਂਕਿ ਉਹਦੇ ਵਿੱਚ ਸਾਰੇ ਹੀ ਟਾਲ ਪਲਾਂਟਸ ਹੁੰਦੇ, ਕਿਉਂਕਿ ਸਾਰੇ ਹੀ ਕੈਪੀਟਲ ਟੀ ਸਮੋਲ ਟੀ ਹੁੰਦਾ F1 ਜਨਰੇਸ਼ਨ 'ਚ, ਪਿੱਛੇ ਦੇਖ ਲਿਓ। ਲੇਕਿਨ ਜਿਹੜਾ F2 ਉਹਦੇ ਵਿੱਚ ਪ੍ਰਪੋਰਸ਼ਨ ਕਿੰਨਾ ਹੈ, 3/4 ਦਾ, ਵੀ 3/4 ਕੀ ਹੈ ਪਲਾਂਟ ਕੀ ਟਾਲ ਬਣਦੇ ਆ, ਠੀਕ ਹੈ। ਜੀਨੋਟਿਪਿਕਲੀ ਵੇਰੀ ਕਰਦਾ, ਇਹ ਫੀਨੋਟਿਪਿਕ ਰੇਸ਼ੀਓ ਹੈ 3/4। ਜੀਨੋਟਿਪਿਕਲੀ ਹਾਫ ਕੈਪੀਟਲ ਟੀ ਸਮੋਲ ਟੀ ਹੈ ਅਤੇ 1/4 ਕੈਪੀਟਲ ਟੀ ਹੈ। ਇਹ ਫੀਨੋਟਿਪਿਕ ਅਤੇ ਜੀਨੋਟਿਪਿਕ ਰੇਸ਼ੀਓ 'ਚ ਡਿਫਰੈਂਸ ਹੈ, ਬਹੁਤ ਡਿਫਰੈਂਸ ਹੈ। ਫੀਨੋਟਿਪਿਕ ਨੂੰ ਜੀਨਸ ਲੈਵਲ 'ਤੇ ਮੈਟਰ ਨਹੀਂ ਕਰਦਾ, ਉਹਨੂੰ ਉਹ ਆਪਾਂ ਕਹੀਏ ਨਾ ਵੀ ਫਿਨੋਟਿਪਿਕ ਆਪਾਂ ਇਸ ਤਰ੍ਹਾਂ ਦੇ ਸਕਦੇ ਹਾਂ ਵੀ ਉਹਨੂੰ ਮੈਟਰ ਨਹੀਂ ਕਰਦਾ ਅੰਦਰ ਜੀਨਸ ਕਿਸ ਟਾਈਪ ਦੇ ਕਿਵੇਂ ਹੈ, ਕਿਸ ਫੋਰਮ 'ਚ ਹੈ, ਉਹ ਰਿਜ਼ਲਟ ਮੈਟਰ ਕਰਦਾ, ਠੀਕ ਹੈ। ਵੀ ਉਹਦੇ ਵਿੱਚ ਚਾਹੇ ਕੈਪੀਟਲ ਟੀ ਹੈ ਚਾਹੇ ਕੈਪੀਟਲ ਟੀ ਸਮੋਲ ਟੀ ਹੈ, ਬਣੂਗਾ ਤਾਂ ਟਾਲ ਲੈਂਦੇ ਆ। ਲੇਕਿਨ ਜੀਨੋਟਾਈਪ 'ਚ ਕਹਿੰਦੇ ਨਹੀਂ, ਅਸੀਂ ਜੀਨਸ ਵੇਖਾਂਗੇ ਵੀ ਕੈਪੀਟਲ ਟੀ ਉਹਦੀ ਅੱਡ ਰੇਸ਼ੀਓ, ਚਾਹੇ ਦੋਨੇ ਟੋਲ ਬਣਾਉਂਦੇ ਆ ਬਟ ਦੋਨਾਂ ਦੀ ਅੱਡ, ਵੀ ਜੀ ਕੈਪੀਟਲ ਟੀ ਇਹਨੂੰ ਅੱਡ ਲਵਾਂਗੇ, ਕੈਪੀਟਲ ਟੀ ਸਮੋਲ ਟੀ ਉਹਨੂੰ ਅੱਡ ਲਵਾਂਗੇ, ਬਣਾਉਂਦੇ ਦੋਨੇ ਹੀ ਟੋਲ ਨੇ, ਲੇਕਿਨ ਜੀਨੋਟਿਪਿਕ 'ਚ ਇਹਨੂੰ ਅੱਡ ਰੇਸ਼ੀਓ ਲੈਂਦੇ ਆ। ਕੈਪੀਟਲ ਟੀ ਸਮੋਲ ਟੀ ਕੀ ਇਹ ਦੋ ਪ੍ਰੈਜ਼ੈਂਟ ਹੁੰਦੇ ਆ F2 'ਚ, ਜਿਸ ਕਰਕੇ ਹਾਫ ਆ ਜਾਂਦਾ, ਅਤੇ ਇਹਦੇ ਵਿੱਚ ਕੈਪੀਟਲ ਟੀ ਇੱਕੋ ਹੀ ਹੁੰਦਾ, ਜਿਸ ਕਰਕੇ 1/4 ਆ ਜਾਂਦੇ, ਠੀਕ ਹੈ। ਦਿਸ ਲੀਡ ਟੂ ਅ ਫਿਨੋਟਿਪਿਕ ਰੇਸ਼ੀਓ 3/4 ਟੋਲ, ਮਤਲਬ 1/4 ਕੈਪੀਟਲ ਟੀ 1/2 ਕੈਪੀਟਲ ਟੀ ਸਮੋਲ ਟੀ ਜੀਨੋਟਿਪਿਕ ਰੇਸ਼ੀਓ ਹੈ। 1/4 3/4 ਰੇਸ਼ੀਓ ਹੈ, ਬਟ ਜੀਨੋਟਿਪਿਕ ਰੇਸ਼ੀਓ ਕਿੰਨੀ ਹੈ, 1:2:1। ਜਿਹੜੀ ਫਿਨੋਟਿਪਿਕ ਰੇਸ਼ੀਓ ਹੁੰਦੀ ਹੈ 3:1 ਹੁੰਦੀ ਹੈ, ਓਕੇ। ਫਿਨੋਟਿਪਿਕ ਰੇਸ਼ੀਓ ਕਿੰਨੀ ਹੈ 3:1, 3 ਟੋਲ 1 ਡਵਾਰਫ। ਲੇਕਿਨ ਜਿਹੜਾ ਜੀਨੋਟਿਪਿਕ ਰੇਸ਼ੀਓ ਇਹਦੇ ਵਿੱਚ 1:2:1 ਹੈ, 1 ਕੈਪੀਟਲ ਟੀ 1 ਸਮੋਲ ਟੀ ਅਤੇ 2 ਕੈਪੀਟਲ ਟੀ ਸਮੋਲ ਟੀ, ਓਕੇ। ਇਸ ਤਰ੍ਹਾਂ ਆ ਦੇਖੋ 1/4 1/2 ਕਿਵੇਂ ਹੈ, ਇੱਕ ਕੈਪੀਟਲ ਟੀ ਹੈ, 2 ਕੈਪੀਟਲ ਟੀ ਸਮੋਲ ਟੀ ਹੈ ਅਤੇ ਇੱਕ ਸਮੋਲ ਟੀ ਡਵਾਰਫ ਪਲਾਂਟ ਹੈ। ਮੈਥਮੈਟਿਕਲੀ ਆਪਾਂ ਇਹਨੂੰ ਬਾਇਨੋਮੀਅਲ ਐਕਸਪ੍ਰੈਸ਼ਨ 'ਚ ਲਿਖ ਸਕਦੇ ਹਾਂ AX + BY ਦੀ ਸਕੇਅਰ, ਇਹ ਮੈਥਮੈਟਿਕਲੀ ਫੋਰਮ ਹੈ ਜਿਹਨੂੰ ਇਹ ਐਕਸਪ੍ਰੈਸ ਕੀਤਾ AX + BY ਸਕੇਅਰ ਦੈਟ ਹੈਜ਼ ਮੀਟ ਬੀਅਰਿੰਗ ਜੀਨਸ ਕੈਪੀਟਲ ਟੀ ਸਮੋਲ ਟੀ ਇਨ ਇਕੁਅਲ ਫ੍ਰੀਕੁਐਂਸੀ ਬਾਈ ਹਾਫ। ਇਹਨੂੰ ਐਕਸਪੈਂਡ ਕੀਤਾ ਹੋਇਆ ਇਸ ਤਰ੍ਹਾਂ
Mendel self-pollinated the F2 plant and found that dwarf F2 plants continue to generate dwarf plant in F3 fertilization. ਕੀ ਕੀਤਾ ਮੈਂਡਲ ਨੇ F2 ਪਲਾਂਟਸ ਨੂੰ ਵੀ ਫਰਦਰ ਕੀ ਸੈਲਫ ਪੋਲੀਨੇਟ ਕੀਤਾ ਅਤੇ ਇਹ ਤੋਂ ਪਤਾ ਲੱਗਿਆ ਵੀ ਜਿਹੜੇ ਡਵਾਰਫ F2 ਪਲਾਂਟਸ ਨੇ ਅਗਰ ਸੈਲਫ ਕਰੀਏ ਤਾਂ ਉਹਦੇ ਵਿੱਚ ਫਰਦਰ, ਕਿਉਂਕਿ ਦੇਖੋ ਨਾ ਡਵਾਰਫ ਸਮੋਲ ਟੀ ਨੂੰ ਸਮੋਲ ਟੀ ਹੈ, ਇਹ F2 ਪਲਾਂਟਸ ਨਹੀਂ, ਠੀਕ ਹੈ। ਹੁਣ ਇਹਨੂੰ ਹੀ ਕ੍ਰੋਸ ਕਰਾਂਗੇ ਤਾਂ ਕੀ ਬਣੂਗਾ, ਸਮੋਲ ਟੀ ਬਣਨਗੇ। ਤਾਂ ਕਹਿੰਦੇ ਵੀ ਜਿਹੜਾ F3 ਹੈ F4 ਹੈ ਉਹ ਫਰਦਰ ਹੈ ਨਾ ਡਵੋਰਫ ਪਲਾਂਟ ਹੀ ਬਣਾਉਂਦੇ ਆ, ਕਿਉਂਕਿ ਇਹਦੇ ਵਿੱਚ ਕੈਪੀਟਲ ਟੀ ਹੈ ਹੀ ਨਹੀਂ, ਤਾਂ ਕਿੱਥੋਂ ਦੀ ਬਾਹਰੋਂ ਤਾਂ ਕਿਤੋਂ ਟਪਕੂਗਾ ਨਹੀਂ ਨਾ ਓਬਵੀਅਸਲੀ। ਤਾਂ ਕੀ ਹੈ ਸਮੋਲ ਟੀ ਕਹਿੰਦੇ ਜੇ ਇਹਨਾਂ ਦੇ ਵਿੱਚ ਹੀ ਕ੍ਰੋਸ ਕਰਾਈਏ ਕੈਪੀਟਲ ਟੀ ਨਾਲ ਹੀ ਤਾਂ ਸਾਰੇ ਜਨਰੇਸ਼ਨ ਅੱਗੇ ਡਵਾਰਫ ਹੀ ਰਹਿ ਜਾਂਦੀਆਂ ਨੇ, ਠੀਕ ਹੈ। He concluded that a genotype of dwarf was homozygous, क्योंकि ਇਹਨੇ ਕੀ ਹੈ homozygous dwarf ਲਿੱਤਾ ਸੀ, ਇਸ ਕਰਕੇ ਹੀ ਜਨਰੇਸ਼ਨ ਕੀ ਅੱਗੇ ਵੀ dwarf ਰਹੀ ਹੈ small t। What do you think he would have self-pollinated tall F2 plant? ਇਹ ਕਹਿੰਦੇ ਵੀ ਕੀ ਹੁੰਦਾ ਜੇ ਇਹ ਟਾਲ ਪਲਾਂਟ, ਜੇ ਟਾਲ ਪਲਾਂਟਸ ਨੂੰ ਕਰਦਾ ਤਾਂ ਸਾਰੇ ਟਾਲ ਪਲਾਂਟਸ ਰਹਿ ਜਾਂਦੇ ਓਬਵੀਅਸਲੀ, ਕਿਉਂਕਿ ਸਮੋਲ ਟੀ ਨਹੀਂ ਹੈਗਾ, ਹੋਮੋਜ਼ਾਈਗਸ ਲੈ ਰਹੇ ਆ ਨਾ ਇਹ। ਅਗਰ ਤਾਂ ਹੋਮੋਜ਼ਾਈਗਸ ਲੈ ਰਹੇ ਹੈ ਤਾਂ ਅੱਗੇ ਉਹੀ ਜਾਂਦਾ ਹੈ। ਜਿਵੇਂ ਹੁਣ ਆਪਾਂ ਕੈਪੀਟਲ ਟੀ ਹੈ ਉਸਨੂੰ ਹੀ ਕਰੀਏ, ਜਿਵੇਂ ਕੈਪੀਟਲ ਟੀ ਨਾ ਕਰੀਏ ਤਾਂ ਟਾਲ ਪਲਾਂਟਸ ਹੀ ਬਣਨਗੇ, ਓਲ ਟਾਲ। ਲੇਕਿਨ ਜੇ ਆਪਾਂ ਇਸ ਤਰ੍ਹਾਂ ਲਈਏ ਜਾਂ ਫਿਰ ਇਸ ਤਰ੍ਹਾਂ ਲਈਏ, ਠੀਕ ਹੈ, ਫਿਰ ਵੇਰੀਏਸ਼ਨ ਆਊ। ਅਦਰਵਾਈਜ਼ ਜੇ ਸਮੋਲ ਟੀ ਲਈਏ ਫਿਰ ਡਵਾਰਫ ਪਲਾਂਟਸ ਹੀ ਰਹਿ ਜਾਣਗੇ ਓਲ, ਤਾਂ ਇਸ ਤਰ੍ਹਾਂ ਹੀ, ਠੀਕ ਹੈ। ਓਕੇ, from the preceding paragraph it is clear that the genotypic ratio can be calculated using mathematical probability। ਇਹ ਕਹਿੰਦੇ ਵੀ ਇਹ ਜਿਹੜੀ genotypic ratio ਨੂੰ ਮੈਥਮੈਟਿਕਲੀ ਵੀ ਕੈਲਕੂਲੇਟ ਕੀਤਾ ਜਾ ਸਕਦਾ by simply looking at the phenotype of it is not possible to know the genotypic composition। ਵੀ ਆਪਾਂ ਇਸ ਤਰ੍ਹਾਂ ਸਿੱਧਾ ਹੀ ਮੈਥਮੈਟਿਕ 'ਚ ਜੈਨੇਟਿਕ ਕੰਪੋਜੀਸ਼ਨ ਨਹੀਂ ਪਤਾ ਕਰ ਸਕਦੇ। That is, for example, whether a tall plant is from or F2 has a capital T or small t composition cannot be predicted। ਵੀ ਆਪਾਂ ਨੂੰ ਸਿਰਫ ਇੰਨਾ ਪਤਾ ਲੱਗ ਸਕਦਾ ਵੀ ਟਾਲ ਪਲਾਂਟ ਹੈ, ਇਸ ਤਰ੍ਹਾਂ ਆਪਾਂ ਆਏਂ ਨਹੀਂ ਦੇਖ ਸਕਦੇ ਵੀ ਕੈਪੀਟਲ ਟੀ ਹੈ small t ਹੈ। Therefore, to determine genotype of all tall plant F2, Mendel crossed the tall plant from F2 with a dwarf plant, that is test cross। ਫਿਰ ਕਹਿੰਦੇ ਜੇ ਆਪਾਂ ਨੇ ਪਤਾ ਕਰਨਾ ਤਾਂ ਆਪਾਂ ਕ੍ਰੋਸ ਕਰਾ ਦਿੰਦੇ ਹਾਂ ਟਾਲ ਪਲਾਂਟ ਅਤੇ ਡਵਾਰਫ ਪਲਾਂਟ ਦਾ ਕ੍ਰੋਸ ਕਰਾ ਕੇ ਤਾਂ ਆਪਾਂ ਪਤਾ ਕਰਦੇ ਹਾਂ ਵੀ ਜੀਨੋਟਾਈਪ ਕੀ ਹੈ, ਠੀਕ ਹੈ। ਅਤੇ ਇਹ ਜਿਹੜਾ ਕ੍ਰੋਸ ਹੈ ਟਾਲ ਪਲਾਂਟ ਦਾ ਅਤੇ ਡਵਾਰਫ ਪਲਾਂਟ ਦੇ ਨਾਲ ਇਹਨੂੰ ਟੈਸਟ ਕ੍ਰੋਸ ਕਹਿੰਦੇ, ਕਿਉਂਕਿ ਆਪਾਂ ਕਿਸੇ ਚੀਜ਼ ਨੂੰ ਪਤਾ ਕਰ ਰਹੇ ਹਾਂ। ਟੈਸਟ ਕਿਉਂ ਕੀਤਾ ਜਾਂਦਾ, ਜੇ ਕੋਈ ਆਪਾਂ ਮੈਡੀਕਲ ਟੈਸਟ ਕਰਾਉਂਦੇ ਹਾਂ ਤਾਂ ਆਪਾਂ ਟੈਸਟ ਕਰਾਉਂਦੇ ਹਾਂ ਨਾ ਵੀ ਕੁਛ ਪਤਾ ਚੱਲੇ, ਤਾਂ ਇਹ ਵੀ ਟੈਸਟ ਕ੍ਰੋਸ ਹੈ। ਵੀ ਟੈਸਟ ਵੀ ਆਪਾਂ ਨੇ ਡੈਟਰਮਾਈਨ ਕਰਨਾ ਵੀ ਜੀਨੋਟਾਈਪ ਕੀ ਹੈ ਟਾਲ ਪਲਾਂਟ ਦਾ F2 ਜਨਰੇਸ਼ਨ 'ਤੇ। ਇਸ ਲਈ ਉਹ ਕੀ ਕਰਦੇ ਆ ਵੀ ਜਿਹੜਾ F2 ਹੈ ਉਹਨੂੰ ਡਵਾਰਫ ਪਲਾਂਟ ਦੇ ਨਾਲ ਕ੍ਰੋਸ ਕਰਾ ਦਿੰਦੇ ਆ, ਇਸ ਲਈ ਇਹਨੂੰ ਕਹਿੰਦੇ ਟੈਸਟ ਕ੍ਰੋਸ। ਓਕੇ, ਟੂ ਡੈਟਰਮਾਈਨ ਦੀ ਜੀਨੋਟਾਈਪ। In a typical test cross, an organism pea plant here showing a dominant phenotype is crossed with the recessive parent instead of self crossing। ਇਹ ਕਹਿੰਦੇ ਵੀ ਜਿਹੜੇ ਇਹ ਟੈਸਟ ਕ੍ਰੋਸ ਹੁੰਦਾ ਹੈ ਵੀ ਇਹਦੇ ਵਿੱਚ ਕੀ ਹੁੰਦਾ, ਡੋਮੀਨੈਂਟ ਫਿਨੋਟਾਈਪ ਨੂੰ ਕ੍ਰੋਸ ਕਰਾਇਆ ਜਾਂਦਾ ਰਿਸੈਸਿਵ ਪੇਰੈਂਟ ਦੇ ਨਾਲ। ਇਹਦੇ ਵਿੱਚ ਸੈਲਫ ਕ੍ਰੋਸਿੰਗ ਨਹੀਂ ਹੁੰਦੀ। ਟੈਸਟ ਕ੍ਰੋਸ ਦੇ ਵਿੱਚ ਕੀ ਹੁੰਦਾ, ਟੈਸਟ ਕ੍ਰੋਸ ਕੀ ਹੁੰਦਾ, ਜਿਹੜਾ ਡੋਮੀਨੈਂਟ ਫਿਨੋਟਾਈਪ ਹੈ ਜਿਵੇਂ ਟੀ ਵੀ ਹੋ ਸਕਦਾ ਹੈ ਜਾਂ ਕੈਪੀਟਲ ਟੀ ਸਮੋਲ ਟੀ ਹੈ, ਇਹਨੂੰ ਰਿਸੈਸਿਵ ਪੇਰੈਂਟ ਦੇ ਨਾਲ, ਮਤਲਬ ਜਿਹੜੇ ਪੇਰੈਂਟ ਦੇ ਵਿੱਚ ਰਿਸੈਸਿਵ ਅਲੀਲ ਹੋਵੇ, ਰਿਸੈਸਿਵ ਪੇਰੈਂਟਲ ਅਲੀਲ, ਉਹਦੇ ਵਿੱਚ ਕਿਹੜਾ ਰਿਸੈਸਿਵ ਹੈ ਪੇਰੈਂਟ ਉਹਦੇ ਅਲੀਲ ਨਾਲ ਕ੍ਰੋਸ ਕਰਾਇਆ ਜਾਂਦਾ ਡੋਮੀਨੈਂਟ ਫਿਨੋਟਾਈਪ ਨੂੰ, ਇਹਨੂੰ ਕਹਿੰਦੇ ਟੈਸਟ ਕ੍ਰੋਸ, ਠੀਕ ਹੈ। The progeny of such a cross can easily be analyzed to predict the genotype of test organism।
ਵੀ ਇਹ ਬਸ ਇਹ ਇਹਦੇ ਵਿੱਚ ਪ੍ਰੋਜਨੀ ਦਾ ਜਿਹੜਾ ਕ੍ਰੋਸ ਕੀਤਾ ਜਾਂਦਾ ਹੈ ਜੀਨੋਟਾਈਪ ਨੂੰ ਟੈਸਟ ਕਰਨ ਲਈ ਕੀਤਾ ਜਾਂਦਾ ਹੈ। ਕੀ ਟੈਸਟ ਕਰਨ ਲਈ? ਜੀਨੋਟਾਈਪ। ਓਕੇ, ਫਾਰ ਦੀ organism the result of typical cross, for example here is a violet color V is dominant over white color। ਇਹ ਕਹਿੰਦੇ ਇੱਕ V ਹੈ ਡੋਮੀਨੈਂਟ ਹੈ ਜਿਹਦਾ ਕਲਰ ਵਾਇਲਟ ਹੈ ਇਹਨੂੰ ਕ੍ਰੋਸ ਕਰਾਇਆ ਹੈ, ਇਹ ਡੋਮੀਨੈਂਟ ਹੈ। ਓਕੇ, ਡੋਮੀਨੈਂਟ ਵਾਇਲਟ ਕਲਰ, ਇਹਨੂੰ ਕ੍ਰੋਸ ਕਰਾਇਆ ਸਮੋਲ ਵੀ ਅਤੇ ਇਹਦਾ ਵਾਈਟ ਕਲਰ ਹੈ। ਠੀਕ ਹੈ, ਯੂਜ਼ਿੰਗ ਪਿਨਟ ਸਕੇਅਰ ਟਰਾਈਂਗ ਟੂ ਫਾਈਂਡ ਦਾ ਨੇਚਰ ਆਫ, ਅਤੇ ਇਹ ਤੁਸੀਂ ਰੇਸ਼ੀਓ ਵਗੈਰਾ ਸਭ ਕੁਛ ਦੇਖਣਾ ਹੈ। ਇਹ ਤੁਹਾਡੀ ਅਸਾਈਨਮੈਂਟ ਹੈ, ਤੁਸੀਂ ਆਪਦੀ ਕਰਕੇ ਦੇਖਿਓ ਵੀ ਇੱਕ ਵਾਇਲਟ ਕਲਰ ਹੈ ਜਿਹੜਾ ਡੋਮੀਨੈਂਟ ਹੈ ਉਹਨੂੰ ਕ੍ਰੋਸ ਕੀਤਾ ਵਾਈਟ ਕਲਰ ਦੇ ਨਾਲ। ਠੀਕ ਹੈ, ਅਤੇ ਕੀ ਰੇਸ਼ੀਓ ਬਣੂਗੀ ਦੇਖਿਓ, ਇਹ ਕੁਐਸਚਨ ਕਰਕੇ ਦੇਖਿਓ। ਓਕੇ, ਕੱਲ੍ਹ ਡਿਸਕਸ ਕਰੂੰਗੀ ਮੈਂ। ਓਕੇ, ਇਹ ਡਾਇਗਰਾਮੈਟਿਕ ਰਿਪਰਜੈਂਟੇਸ਼ਨ ਹੈ ਟੈਸਟ ਕਰੋਸ ਦੀ। ਇਹ ਹੋਮੋਜ਼ਾਈਗਸ ਰਿਸੈਸਿਵ ਹੈ। ਠੀਕ ਹੈ, 1 ਸੈਕਿੰਡ। ਹਾਂ, ਇਹਨਾਂ ਨੇ ਕੀ ਕੀਤਾ, ਕੋਈ ਵੀ ਡੋਮੀਨੈਂਟ ਫਿਨੋਟਾਈਪ ਹੈ। ਹੁਣ ਡੋਮੀਨੈਂਟ ਤਾਂ ਦੋ ਹੁੰਦੇ, ਇਹ ਵੀ ਡੋਮੀਨੈਂਟ ਹੈ ਕਿਉਂਕਿ ਡੋਮੀਨੈਂਟ ਇੱਕ ਵੀ ਅਲੀਲ ਡੋਮੀਨੈਂਟ ਆ ਗਿਆ ਤਾਂ ਉਹਨੂੰ ਡੋਮੀਨੈਂਟ ਫਿਨੋਟਾਈਪ ਕਹਿ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਦੋ ਨੇ, ਇਹਦੇ ਵਿੱਚ ਆਹ ਇੱਕੋ ਹੀ ਹੈ ਬਟ ਫਿਰ ਵੀ ਇਹ ਡੋਮੀਨੈਂਟ ਹੀ ਹੈਗਾ। ਠੀਕ ਹੈ, ਕਿਉਂਕਿ ਇਹ ਤਾਂ ਐਕਸਪ੍ਰੈਸ ਕਰੂਗਾ ਹੀ। ਤਾਂ ਇੱਕ ਆਹ ਹੈ, ਇੱਕ ਡੋਮੀਨੈਂਟ ਪਿਓਰ ਡੋਮੀਨੈਂਟ ਹੈ, ਇੱਕ ਹੈਟਰੋ ਹੈ। ਠੀਕ ਹੈ, ਹੁਣ ਜਿਹੜਾ ਪਿਓਰ ਡੋਮੀਨੈਂਟ ਹੈ ਇਹਨੂੰ ਆਪਾਂ ਨੇ ਹੋਮੋਜ਼ਾਈਗਸ ਰਿਸੈਸਿਵ ਦੇ ਨਾਲ ਕ੍ਰੋਸ ਕਰਾਤਾ ਅਤੇ ਇਹਦਾ ਰਿਜ਼ਲਟ ਕੀ ਆਇਆ, ਓਲ ਫਲਾਵਰਸ ਆਰ ਵਾਇਲਟ। ਕਿਉਂਕਿ ਦੇਖ ਇਹ ਰਿਸੈਸਿਵ ਹੈ, ਹੋਮੋਜ਼ਾਈਗਸ ਰਿਸੈਸਿਵ ਹੈ। ਹੋਮੋਜ਼ਾਈਗਸ ਰਿਸੈਸਿਵ ਕੀ ਹੈ ਵੀ ਦੋਨੋਂ ਕੀ ਹੈ ਮਤਲਬ ਦੋਨੋਂ ਹੀ ਨਹੀਂ ਡੋਮੀਨੈਂਟ ਹੈਗੇ, ਦੋਨੋਂ ਹੀ ਰਿਸੈਸਿਵ ਨੇ, ਜਿਸ ਕਰਕੇ ਹੀ ਕੀ ਬਣੇ ਫਲਾਵਰਸ ਕੀ ਹੈ ਵਾਇਲਟ ਬਣੇ। ਕਿਉਂਕਿ ਇਹਦੇ ਵਿੱਚ ਜਿਹੜਾ ਆਹ ਵਾਇਲਟ ਦਾ ਡੋਮੀਨੈਂਟ ਲੀਲ ਹੈ ਉਹ ਐਕਸਪ੍ਰੈਸ ਕਰੂਗਾ ਅਤੇ ਸਾਰੇ ਵਾਇਲਟ ਬਣ ਗਏ। ਠੀਕ ਹੈ, ਤਾਂ ਇਹ ਤੋਂ ਇੰਟਰਪ੍ਰੀਟੇਸ਼ਨ ਕੀ ਪਤਾ, ਅਨਨੋਨ ਫਲਾਵਰ ਇਜ਼ ਅ ਹੋਮੋਜ਼ਾਈਗਸ ਡੋਮੀਨੈਂਟ। ਵੀ ਜਦ ਆਪਾਂ ਨੂੰ ਪਤਾ ਲੱਗੇ ਓਲ ਫਲਾਵਰਸ ਵਾਇਲੈਂਟ ਹੈ ਅਤੇ ਡੋਮੀਨੈਂਟ ਫਿਨੋਟਾਈਪ ਅਤੇ ਹੋਮੋਜ਼ਾਈਗਸ ਰਿਸੈਸਿਵ ਦਾ ਕ੍ਰੋਸ ਹੋ ਰਿਹਾ, ਤਾਂ ਇਹਦੇ ਵਿੱਚ ਜਿਹੜਾ ਫਲਾਵਰ ਆ ਉਹ ਹੋਮੋਜ਼ਾਈਗਸ ਡੋਮੀਨੈਂਟ ਹੈ ਕਿਉਂਕਿ ਇਹਦੇ ਵਿੱਚ ਇੱਕ ਵੀ ਫਲਾਵਰ ਵਾਈਟ ਕਲਰ ਰਿਸੈਸਿਵ ਫਲਾਵਰ ਨਹੀਂ ਆਇਆ। ਠੀਕ ਹੈ, ਹੁਣ ਜੇ ਆਪਾਂ ਹੋਮੋਜ਼ਾਈਗਸ ਰਿਸੈਸਿਵ ਨੂੰ ਹੈਟਰੋਡੋਮੀਨੈਂਟ ਦੇ ਨਾਲ ਕ੍ਰੋਸ ਕਰਾਈਏ, ਮਤਲਬ ਇੱਕ ਡੋਮੀਨੈਂਟ ਲੀਲ ਹੈ ਇੱਕ ਰਿਸੈਸਿਵ ਲੀਲ ਹੈ, ਇਸ ਤਰ੍ਹਾਂ ਕਰਾਈਏ ਕੈਪੀਟਲ ਟੀ ਇੱਕ ਵਾਇਲਟ ਕਲਰ ਦਾ ਲੀਲ, ਇੱਕ ਵਾਈਟ ਕਲਰ, ਵਾਈਟ ਕਲਰ, ਅਤੇ ਆਹ ਕੀ ਹੈ ਵਾਈਟ ਕਲਰ। ਅਤੇ ਇਹਦੇ ਵਿੱਚ ਹਾਫ ਜਿਹੜੇ ਫਲਾਵਰ ਹੈ ਵਾਇਲਟ ਹੈ, ਹਾਫ ਵਾਈਟ ਹੈ, ਜਿਸ ਕਰਕੇ ਇਹਦਾ ਫਲਾਵਰ ਕੀ ਹੈ ਹੈਟਰੋਜ਼ਾਈਗਸ ਹੈ। ਇਹ ਕਿਹੜਾ ਫਲਾਵਰ ਹੈ? ਹੈਟਰੋਜ਼ਾਈਗਸ, ਸੇਮ ਲੀਲਾ ਹੋਣਾ। ਇਹਦੇ ਵਿੱਚ ਕਿਹੜਾ ਫਲਾਵਰ ਹੈ? ਹੋਮੋਜ਼ਾਈਗਸ। ਹੁਣ ਇਹ based on his observation on monohybrid cross, Mendel proposed two general rules to consolidate his understanding of inheritance in monohybrid cross. Today these rules are called as principle or law of inheritance. First law or the law of dominance and the second law is the law of segregation। ਵੀ ਜਿਹੜਾ ਮੈਂਡਲ ਹੈ ਉਹਨੇ ਆਪਦਾ ਇਨਹੈਰੀਟੈਂਸ ਦੇ ਮੋਨੋਹਾਈਬ੍ਰਿਡ ਕ੍ਰੋਸ ਦੇ ਉੱਤੇ ਕੁਝ ਕ੍ਰੋਸ ਦਿੱਤੇ ਉਹਦੇ ਬੇਸਿਸ ਮੋਨੋਹਾਈਬ੍ਰਿਡ ਕ੍ਰੋਸ। ਪਹਿਲਾਂ ਇਹ ਰੂਲਸ ਨੂੰ ਕੀ ਕਹਿੰਦੇ ਆ? ਪ੍ਰਿੰਸੀਪਲ ਔਰ ਲਾਅ ਆਫ ਇਨਹੈਰੀਟੈਂਸ। ਅਤੇ ਇਹ ਦੋ ਨੇ, ਕੀ ਹੈ? ਫਸਟ ਹੈ ਲਾਅ ਆਫ ਡੋਮੀਨੈਂਸ, ਦੂਜਾ ਲਾਅ ਆਫ ਸੈਗਰੀਗੇਸ਼ਨ। ਵਟ ਇਜ਼ ਲਾਅ ਆਫ ਡੋਮੀਨੈਂਸ? ਲਾਅ ਆਫ ਡੋਮੀਨੈਂਸ ਹੁੰਦਾ ਹੈ ਜਿਹਦੇ ਵਿੱਚ ਕੋਈ ਕਰੈਕਟਰ ਡੋਮੀਨੈਂਟ ਹੋਵੇ, ਜਿਵੇਂ ਆਪਾਂ ਨੇ ਕੈਪੀਟਲ ਟੀ ਜਾਂ ਵਾਇਲਟ ਕਲਰ ਲੀਲ ਹੈ ਨਾ, ਦੋਨੋਂ ਆਪਾਂ ਨੇ ਦੇਖੀ ਵਾਇਲਟ, ਦੋਨੋਂ ਡੋਮੀਨੈਂਟ ਸੀਗੇ। ਤਾਂ ਕਿਸ ਤਰ੍ਹਾਂ ਸਮਾਲ ਰਿਸੈਸਿਵ ਲੀਲ ਪ੍ਰੈਜੈਂਟ ਹੋਣ ਦੇ ਬਾਵਜੂਦ ਵੀ ਇਹੀ ਐਕਸਪ੍ਰੈਸ ਕਰ ਰਹੇ ਕਿਉਂ ਇਹ ਡੋਮੀਨੈਂਟ ਹੈ। ਓਕੇ, ਫਸਟ ਪੁਆਇੰਟ ਕਰਦੇ ਹਾਂ, ਕਰੈਕਟਰਸ ਆਰ ਕੰਟਰੋਲ ਬਾਈ ਡਿਸਕ੍ਰੀਟ ਯੂਨਿਟਸ ਕਾਲਡ ਫੈਕਟਰਸ। ਇਹ ਡੈਫੀਨੇਸ਼ਨ ਹੈ ਜੀਨਸ ਦੀ, ਫੈਕਟਰਸ ਦੀ। ਫੈਕਟਰਸ ਕੀ ਹੈ ਬਈ? ਕਰੈਕਟਰਸ ਕੰਟਰੋਲ ਬਾਏ ਡਿਸਕ੍ਰੀਟ ਯੂਨਿਟ। ਵੀ ਜਿਹੜੇ ਫੈਕਟਰਸ ਹੁੰਦੇ ਆ ਉਹਨੂੰ ਜੀਨਸ ਵੀ ਕਹਿ ਦਿੰਦੇ ਆ, ਪਹਿਲਾਂ ਫੈਕਟਰਸ ਕਹਿੰਦੇ ਸੀ
मतलब ਹੁਣ ਇਹਨੂੰ ਫੈਕਟਰਸ ਨੂੰ ਨੇਮ ਜੀਨਸ ਕਹਿ ਦਿੰਦੇ ਆ। ਤਾਂ ਫੈਕਟਰਸ ਕੀ ਫੈਕਟਰ ਉਹ DNA ਦਾ ਪਾਰਟ ਆ, ਕ੍ਰੋਮੋਸੋਮ ਦਾ ਪਾਰਟ ਹੈ, ਜਿਹੜੀ ਕਿ ਕਰੈਕਟਰ ਡਿਟਰਮਾਈਨ ਕਰਦੇ। ਕਰੈਕਟਰ ਕਿਵੇਂ ਵੀ ਜਿਵੇਂ ਫੇਸ ਕਲਰ, ਫਲਾਵਰ ਕਲਰ, ਮਤਲਬ ਕੁਛ ਵੀ ਫਲਾਵਰ ਪੋਜੀਸ਼ਨ, ਟੋਲ, ਡਿਵੋਲਵ, ਇਹ ਕਰੈਕਟਰ ਨੇ, ਕਰੈਕਟਰਸ। ਤਾਂ ਕਰੈਕਟਰਸ ਕਿਸੇ ਜੀਨ ਦਾ ਪਾਰਟ, ਕਿਸੇ ਕ੍ਰੋਮੋਸੋਮ ਦਾ ਪਾਰਟ, ਉਹਨੂੰ ਫੈਕਟਰ ਕਹਿੰਦੇ ਆ, ਜਿਹੜਾ ਡਿਟਰਮਾਈਨ ਕਰੇ ਕਿਸੇ ਕਰੈਕਟਰ ਨੂੰ। ਠੀਕ ਹੈ, ਕਰੈਕਟਰ ਪਤਾ ਲੱਗ ਗਿਆ ਵੀ ਆਪਣੇ ਜਿਹੜੇ ਫਿਊਚਰਸ ਹੁੰਦੇ ਆ, ਆਪਣੇ ਹਿਊਮਨਸ ਦੇ ਵੀ, ਆਪਣੇ ਪਲਾਂਟਸ ਦੇ ਵੀ ਜਿਹੜੇ ਫਿਊਚਰ ਨੇ ਇਹ ਕਰੈਕਟਰ ਨੇ। ਠੀਕ ਹੈ, ਡਿਫਰੈਂਟ ਟਾਈਪ ਆਫ ਆਈਜ਼, ਡਿਫਰੈਂਟ ਟਾਈਪ ਆਫ ਬੋਡੀ, ਡਿਫਰੈਂਟ ਟਾਈਪ ਆਫ ਪਲਾਂਟਸ, ਹੈ ਨਾ, ਵਿਦ ਦੇਅਰ ਡਿਫਰੈਂਟ ਅਲੀਲ। ਤਾਂ ਇਹ ਕਰੈਕਟਰਸ ਕੌਣ ਡਿਟਰਮਾਈਨ ਕਰਦੇ ਹੈ ਕਿ ਤੋਂ ਡਿਸਕ੍ਰੀਟ ਯੂਨਿਟ ਫੈਕਟਰਸ। ਫੈਕਟਰਸ ਕੀ ਪੇਅਰਸ 'ਚ ਹੁੰਦੇ, ਜਿਵੇਂ ਆਪਾਂ ਨੇ ਦੇਖਿਆ ਵੀ ਕੈਪੀਟਲ ਟੀ, ਕੈਪੀਟਲ ਟੀ, ਕੈਪੀਟਲ ਟੀ, ਸਮੋਲ ਟੀ ਜਾਂ ਸਮੋਲ ਟੀ, ਸਮੋਲ ਟੀ, ਮਤਲਬ ਇਹ ਫੈਕਟਰਸ ਕੀ ਪੇਅਰਸ 'ਚ ਹੁੰਦੇ ਹਮੇਸ਼ਾ। ਇਨ ਡਿਸਿਮਿਲਰ ਪੇਅਰ ਆਫ ਫੈਕਟਰ ਵਨ ਮੈਂਬਰ ਆਫ ਦਾ ਪੇਅਰ ਡੋਮੀਨੇਟਸ ਓਵਰ ਦੀ ਅਦਰ ਸੈਸਿਵ। ਤਾਂ ਜਦੋਂ ਡਿਸਿਮਿਲਰ ਪੇਅਰ ਹੁੰਦਾ, ਕਿਉਂਕਿ ਇਹਦੇ ਵਿੱਚ ਤਾਂ ਸੇਮ ਹੈ, ਇਹਦੇ ਵਿੱਚ ਤਾਂ ਕੋਈ ਡੋਮੀਨੈਂਸ ਦੀ ਗੱਲ ਹੀ ਨਹੀਂ, ਕਿਉਂਕਿ ਦੋਨੇ ਡੋਮੀਨੈਂਟ ਹੈ। ਲੇਕਿਨ ਜਿਹੜਾ ਡਿਸਿਮਿਲਰ ਜਿਵੇਂ ਕੈਪੀਟਲ ਟੀ, ਸਮੋਲ ਟੀ ਆ ਗਿਆ, ਡਿਸਿਮਿਲਰ ਹੈ। ਡਿਸਿਮਿਲਰ ਫੈਕਟਰ ਦੇ ਵਿੱਚ ਕੌਣ ਡੋਮੀਨੇਟ ਕਰੂਗਾ, ਜਿਹੜਾ ਡੋਮੀਨੈਂਟ ਹੈ, ਜਿਵੇਂ ਕੈਪੀਟਲ ਟੀ। ਠੀਕ ਹੈ, in a dissimilar pair of factors one member of the pair dominates over the recessive. The law of dominance is used to explain the expression of only one of the parental character in a monohybrid cross in F1। ਵੀ ਕਹਿੰਦੇ ਵੀ ਜਿਹੜਾ ਡੋਮੀਨੈਂਸ ਉਹ ਇਹ ਦੱਸਦਾ ਵੀ ਮੋਨੋਹਾਈਬ੍ਰਿਡ ਕ੍ਰੋਸ 'ਚੋਂ ਕੋਈ ਵਨ ਪੇਰੈਂਟਲ ਅਲੀਲ ਹੀ ਐਕਸਪ੍ਰੈਸ ਕਰੂ, ਦੂਜੀ ਇਸ ਤਰ੍ਹਾਂ ਹੀ ਰਹਿ ਜੂ, ਓਨਲੀ ਵਨ, ਕਿਉਂਕਿ ਕੈਪੀਟਲ ਟੀ ਸਮੋਲ ਟੀ ਹੈ ਤਾਂ ਕੈਪੀਟਲ ਟੀ ਹੀ ਐਕਸਪ੍ਰੈਸ ਕਰੂ ਵਨ ਪੇਰੈਂਟ ਦੀ। ਜਿਵੇਂ ਮੇਲ ਤੋਂ ਕੈਪੀਟਲ ਟੀ ਆ ਗਿਆ, ਫੀਮੇਲ ਤੋਂ ਮਦਰ ਤੋਂ ਸਮੋਲ ਟੀ ਆ ਗਿਆ, ਤਾਂ ਕੈਪੀਟਲ ਟੀ ਹੀ ਵਨ ਹੀ ਕੋਈ ਐਕਸਪ੍ਰੈਸ ਕਰੂ, ਓਨਲੀ ਵਨ ਆਫ ਦਾ ਪੈਰੈਂਟਲ ਕਰੈਕਟਰ ਇਨ ਅ ਮੋਨੋਹਾਈਬ੍ਰਿਡ ਇਜ਼ ਐਕਸਪ੍ਰੈਸਡ ਇਨ F1 and the expression of both in F2। ਤੇ ਇਹਦਾ ਰੇਸ਼ੀਓ ਕੀ ਹੈ, 3:1 in the F2 ਜਨਰੇਸ਼ਨ। ਨੈਕਸਟ ਹੈ law of segregation। ਸੈਗਰੀਗੇਸ਼ਨ ਹੁੰਦਾ, ਸੈਗਰੀਗੇਟ ਅਲੱਗ ਹੋਣਾ, ਰਾਈਟ, ਪਾਰਟ ਵੇ ਹੋਣਾ। ਦਿਸ law is based on the fact alleles do not show any blending। ਆਪਾਂ ਨੇ ਪੜ੍ਹਿਆ ਸੀ ਵੀ ਅਲੀਲਸ ਕੋਈ ਬਲੈਂਡਿੰਗ ਸ਼ੋ ਨਹੀਂ ਕਰਦੇ, ਉਹ ਕੀ ਕਰਦੇ, ਸੈਗਰੀਗੇਟ ਹੁੰਦੇ ਆ। ਐਂਡ the both characters are recovered as in F2 generation through one of these is not seen in F1 stage। though the parent contain two allele during gamete formation। ਵੀ ਜਦੋਂ allele formation ਹੋਣੀ ਹੁੰਦੀ ਹੈ, ਗਮੀਟ ਫਾਰਮੇਸ਼ਨ ਹੋਣੀ ਹੁੰਦੀ ਹੈ, ਗਮੀਟ ਫਾਰਮੇਸ਼ਨ ਵਾਲੇ ਪੇਰੈਂਟ ਕੋਲ ਦੋ ਹੀ ਅਲੀਲ ਹੁੰਦੇ ਆ, ਗਮੀਟ ਬਣਨ ਕਰਕੇ ਦੋ ਅਲੀਲ ਸੈਪਰੇਟ ਹੋ ਜਾਂਦੇ ਆ। ਠੀਕ ਹੈ, ਇਹ ਹੁੰਦਾ ਹੈ ਗਮੀਟ ਫਾਰਮੇਸ਼ਨ 'ਚ। ਤਾਂ ਗਮੀਟ ਫਾਰਮੇਸ਼ਨ ਦੇ ਵਿੱਚ ਕਿਹੜਾ ਲੱਗਦਾ, ਲਾਅ ਆਫ ਸੈਗਰੀਗੇਸ਼ਨ। ਜਿਵੇਂ ਮੇਲ ਪੇਰੈਂਟ ਹੈ, ਠੀਕ ਹੈ, ਇਹਦੇ ਕੋਲ ਕੈਪੀਟਲ ਟੀ ਸਮੋਲ ਟੀ ਹੈ, ਅਤੇ ਇਹਦੇ ਵਿੱਚੋਂ ਕੀ ਆਪਾਂ ਨੇ ਦੇਖਿਆ, ਦੋ ਗਮੀਟ ਬਣਨਗੇ, ਕੈਪੀਟਲ ਟੀ ਅਤੇ ਸਮੋਲ ਟੀ, ਦੋਨੋਂ ਸੈਗਰੇਟ ਹੋ ਗਏ ਨਾ। ਪਹਿਲਾਂ ਇੱਕ ਸੀ, ਹੁਣ ਇਹ ਇੱਕ ਅੱਡ ਗਮੀਟ ਬਣ ਗਿਆ, ਇਹ ਅੱਡ ਗਮੀਟ ਬਣ ਗਿਆ, ਤਾਂ ਲਾਅ ਆਫ ਸੈਗਰੀਗੇਸ਼ਨ। ਹੁਣ ਜੇ ਇਹ ਕੈਪੀਟਲ ਟੀ ਹੋਵੇ ਤਾਂ ਇਹ ਕੀ ਸੈਗਰੀਗੇਟ ਹੋਵੇ, ਇਕੱਲਾ ਕੈਪੀਟਲ ਟੀ ਹੀ ਆਊਗਾ। ਅਤੇ ਇਹ ਕੀ ਲਾਅ ਆਫ ਸੈਗਰੀਗੇਸ਼ਨ, ਵੀ ਕਿਵੇਂ ਪੇਅਰ ਹੈ ਨਾ, ਇਹ ਕਿਵੇਂ ਪੇਅਰਸ ਤੋਂ ਸੈਗਰੀਗੇਸ਼ਨ ਹੋ ਜਾਂਦੀ ਹੈ। ਠੀਕ ਹੈ, ਇਹ ਦੋਨੋਂ ਸੇਮ ਹੈ, ਇਸ ਕਰਕੇ ਇਕੱਲਾ ਕੈਪੀਟਲ ਟੀ ਆਊਗਾ, ਇਹ ਡਿਫਰੈਂਟ ਹੈ ਤਾਂ ਇਹਦੇ ਦੋ ਬਣ ਜਾਣਗੇ, ਕੈਪੀਟਲ ਟੀ ਸਮੋਲ ਟੀ। ਠੀਕ ਹੈ, the factors or allele of a pair segregate from each other such that a gamete receive only one of the two factor। ਵੀ ਜਦੋਂ ਪੇਅਰਸ 'ਚ ਹੁੰਦੇ ਆ, ਸੈਗਰੀਗੇਸ਼ਨ ਹੋ ਜਾਂਦੀ ਹੈ ਤਾਂ ਗਮੀਟ ਕੋਲ ਇਕੱਲਾ ਇੱਕੋ ਹੀ ਫੈਕਟਰ ਆਉਂਦਾ। ਗਮੀਟ ਹੈ, ਗਮੀਟ 'ਚ ਦੋ ਫੈਕਟਰ ਨੇ, ਆਹ ਦੋ ਪੇਅਰ, ਮਤਲਬ ਇੱਕ ਪੇਅਰ 'ਚ ਦੋ ਫੈਕਟਰ ਨੇ, ਆਹ ਦੋ ਨੇ, ਦੋ 'ਚ ਇਕੱਲਾ ਵਨ ਫੈਕਟਰ ਆਉਂਦਾ, ਓਨਲੀ ਵਨ ਆਫ ਦਾ ਟੂ ਫੈਕਟਰ ਰਿਸੀਵ ਬਾਈ ਦੀ ਗਮੀਟ। ਆ ਗਮੀਟ ਸੈੱਲ ਹੈ, ਇਹਦੇ ਵਿੱਚ ਇਕੱਲਾ ਕੈਪੀਟਲ ਟੀ ਆਇਆ। ਠੀਕ ਹੈ, ਅਫਕੋਰਸ ਹੋਮੋਜ਼ਾਈਗਸ ਪੇਰੈਂਟ ਪ੍ਰੋਡਿਊਸ ਓਲ ਗਮੀਟ that are similar while a heterozygous produce two kind of gamete। exactly ਜਿਵੇਂ ਮੈਂ ਦੱਸ ਕੇ ਚੁੱਕੀ ਹਾਂ, ਰੁਕ ਜਾਓ ਮੈਂ ਦੁਬਾਰਾ ਤੋਂ ਫਿਰ ਦੱਸ ਦਿੰਦੀ ਹਾਂ। ਤੇ homozygous parent produce all gamete that are similar। ਵੀ ਜਿਵੇਂ ਹੋਮੋਜ਼ਾਈਗਸ ਹੈ, ਹੋਮੋਜ਼ਾਈਗਸ ਇਹਨੂੰ ਕਹਿ ਦਿੰਦੇ ਆ, ਜਾਂ ਫਿਰ ਇਹਨੂੰ, ਇਹ ਹੋਮੋਜ਼ਾਈਗਸ ਹੈ, ਇਹਦੇ ਵਿੱਚ ਸੈਗਰੀਗੇਟ ਹੋ ਕੇ ਕਿਹੜਾ ਗਮੀਟ ਬਣੂਗਾ,
ਸਮੋਲ ਟੀ ਬਸ। ਤੇ ਇਹਦੇ ਵਿੱਚ ਕੀ ਹੋਊਗਾ, ਕੈਪੀਟਲ ਟੀ। ਇਸ ਤਰ੍ਹਾਂ ਵੀ ਲੈ ਸਕਦੇ ਹਾਂ, ਮਤਲਬ ਇਹ ਇੱਕੋ ਹੀ ਟਾਈਪ ਦੇ ਬਣਦੇ ਆ, ਠੀਕ ਹੈ, ਸੈਗਰੀਗੇਟ ਹੋ ਜਾਣਗੇ। ਲੇਕਿਨ ਜਿਹੜਾ ਹੈਟਰੋਜ਼ਾਈਗਸ ਹੈ ਉਹਦੇ ਵਿੱਚ ਕੀ ਦੋ ਕਾइंड ਦੇ ਗਮੀਟ ਬਣਨਗੇ, 2 काइंड ऑफ ਗਮੀਟ। ਜਿਵੇਂ ਇਸ ਤਰ੍ਹਾਂ ਦੋ ਡਿਫਰੈਂਟ ਪੇਅਰ ਹੈ, ਦੋ ਡਿਫਰੈਂਟ, ਤਾਂ ਇੱਕ ਕੈਪੀਟਲ ਟੀ ਇੱਕ ਸਮੋਲ ਟੀ, ਤਾਂ ਇਹ ਦੋ ਡਿਫਰੈਂਟ काइंड ऑफ ਗਮੀਟ ਬਣਨਗੇ, ਈਚ ਹੈਵਿੰਗ ਆ 1 ਅਲੀਲ ਵਿਦ ਇਕੁਅਲ ਪ੍ਰਪੋਰਸ਼ਨ। ਵੀ ਇਹ ਕੀ ਹੈ, ਇਕੁਅਲ ਪ੍ਰਪੋਰਸ਼ਨ 'ਚ ਕੀ ਹੈ, ਅਲੀਲ ਪ੍ਰੈਜੈਂਟ ਹੈ। ਓਕੇ ਓਕੇ, ਥੈਂਕ ਯੂ, ਬਾਏ।